ਨੈਸ਼ਨਲ ਜਿਹੜੇ ਸੜਕਾਂ ਦੇ ਪ੍ਰੋਜੈਕਟ ਹੈ ਉਹ ਅਕਵਾਇਰ ਕਰਨ ਲਈ ਲੈਣ ਲਈ ਜਦੋਂ ਮੁੱਲ ਪਾਇਆ ਜਾਂਦਾ ਹੈ ਤਾਂ ਉਹ ਮੁੱਲ ਲੈਣ ਦੇ ਲਈ ਵੀ ਕਿਸਾਨਾਂ ਨੂੰ ਲੜਾਈ ਲੜਨੀ ਪੈਂਦੀ ਹੈ, ਇੱਥੋਂ ਤੱਕ ਕਿ ਔਰਤਾਂ ਨੂੰ ਥੱਪੜ ਖਾਣੇ ਪੈਂਦੇ ਹੈ। ਇਹ ਲੱਗਦਾ ਕਿ ਮੁੱਦਾ ਹੀ ਜਦੋਂ ਖਤਮ ਹੋ ਗਿਆ, ਹੁਣ ਤਾਂ ਬਾਣ ਜ਼ਮੀਨਾਂ ਸੀ ਜਿਹੜੀਆਂ ਬਾਹ ਵੀ ਦਿੱਤੀਆਂ ਕਿਸਾਨਾਂ ਨੇ, ਤਾਂ ਹੁਣ ਅਸਲ ਸਮਝ ਨਹੀਂ ਆਉਂਦੀ ਵੀ ਹੁਣ ਕਾਹਦੀ ਗਰਦੌਰੀ ਰਹੇਗੀ, ਕੀ ਰਹਿ ਗਿਆ। ਤਾਂ ਇਹ ਭਗਵੰਤ ਮਾਨ ਸਰਕਾਰ ਔਰਤਾਂ ਦਾ ਸਤਿਕਾਰ ਕਿੰਨਾ ਕਰਦੀ ਹੈ, ਇਹ ਵੀਡੀਓ ਦੱਸ ਰਹੀ ਆ। ਅੱਜ ਕੱਲ ਤੱਕ ਤਾਂ ਮਾਂ ਦਿਹਾੜਾ ਮਨਾਇਆ ਗਿਆ ਤੇ ਮਾਵਾਂ ਦਾ ਸਨਮਾਨ ਕਿੰਨਾ ਵਾ। ਸਟੇਜ ਦੇ ਕਲਾਕਾਰ ਹੈ, ਮੈਂ ਸਮਝਦਾ ਅੱਜ ਵੀ ਉਹ ਮੁੱਖ ਮੰਤਰੀ ਆਪਣੇ ਆਪ ਨੂੰ ਘੱਟ ਸਮਝਦੇ ਆ, ਸਟੇਜ ਤੇ ਜ਼ਿਆਦਾ ਸਮਝਦੇ ਆ, ਨਾਟਕਬਾਜ਼ੀ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਪਹਿਲਾਂ ਸਰਕਾਰ ਇਹ ਚੀਜ਼ ਨੂੰ ਮੰਨਦੀ ਨਹੀਂ ਸੀ ਕਿ ਪਾਣੀ ਗੰਦਾ ਹੋਇਆ, ਪਰ ਜਿਵੇਂ ਜਿਵੇਂ ਲੋਕਾਂ ਦਾ ਦਬਾਅ ਵਧਿਆ ਤੇ ਉਵੇਂ ਫਿਰ ਸਰਕਾਰ ਨੂੰ ਮੰਨਣਾ ਪਿਆ। ਮੀਟਿੰਗ ਤੋਂ ਬਾਅਦ ਫਿਰ ਸੀਐਮ ਸਾਹਿਬ ਨੂੰ ਇਹ ਜਨਵਰੀ ਦੇ ਵਿੱਚ ਫੈਸਲਾ ਲੈਣਾ ਪਿਆ ਕਿ ਵਾਕਈ ਜਿਹੜਾ ਮੈਂ ਮਾਰਾਂ ਤੋਂ ਜਿਹੜੀ ਰਾਇ ਲਈ ਆ ਤੇ ਪਾਣੀ ਜਿਹੜਾ ਇਹ ਦੂਸ਼ਿਤ ਹੋਇਆ ਹੈਗਾ ਤੇ ਫੈਕਟਰੀ ਜਿਹੜੀ ਇਹਨੂੰ ਬੰਦ ਕਰਨ ਦਾ ਐਲਾਨ ਕਰਦਾ ਹੈਗਾ। ਜਿਹੜਾ ਪਿੱਛੇ ਜੇ ਭਗਵੰਤ ਮਾਨ ਦਾ ਬਿਆਨ ਆਇਆ ਸੀਗਾ ਉਹ ਸਾਫ਼ ਇਹ ਗੱਲ ਦੱਸ ਰਿਹਾ ਸੀਗਾ ਕਿ ਉਹ ਕਹਿ ਹੀ ਰਹੇ ਸੀਗੇ ਕਿ ਇਹ ਦੇਖੋ ਜੀ ਐਵੇਂ ਜਾਣ ਬੁੱਝ ਕੇ ਟਿੰਡ 'ਚ ਕਾਨਾ ਪਾ ਛੱਡਦੇ ਆ, ਤੀਏ ਦਿਨ ਰੌਲਾ ਪਾ ਛੱਡਦੇ। ਇਹਨਾਂ ਦੀ ਕੋਈ ਮੰਗ ਹੈ, ਕੋਈ ਗੱਲ ਹੈ? ਵੈਸੇ ਤਾਂ ਇਹਨਾਂ ਦੀ ਮੰਗ ਜੇ ਢਿੱਡ 'ਚ ਹੁੰਦੀ ਹੈ ਤੇ ਅਸੀਂ ਉਦੋਂ ਪਹਿਲਾਂ ਇਹਨਾਂ ਦੀ ਮੰਗ ਨੂੰ ਮੰਨ ਲੈਂਦੇ ਜੀ। ਇਹੋ ਜਿਹੀਆਂ ਗੱਲਾਂ ਤੋਂ ਮੈਨੂੰ ਉਦੋਂ ਹੀ ਅੰਦਾਜ਼ਾ ਲੱਗ ਗਿਆ ਕਿ ਜੇ ਚੋਣਾਂ ਦੇ ਦੌਰਾਨ ਹੀ ਇਹੋ ਜਿਹਾ ਕੁਝ ਹੋ ਰਿਹਾ ਤੇ ਇਹਦਾ ਮਤਲਬ ਉਦੋਂ ਬਾਅਦ ਕੀ ਹੋਊਗਾ ਉਹ ਤੁਹਾਡੇ ਸਾਹਮਣੇ ਤੁਹਾਨੂੰ ਪੰਦੇਰ ਸਾਹਿਬ ਉਹਨਾਂ ਨੇ ਤੁਸੀਂ ਨਾਲੇ ਜਿਹੜੀਆਂ ਪਿਕਚਰਾਂ ਦਿਖਾ ਰਹੇ ਉਹ ਹੋ ਰਿਹਾ। ਪਿਛਲੇ ਸਾਲ ਇਕਰਾਰ ਕੀਤਾ ਸੀਗਾ ਕਿ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਜਾਈ ਕਰਨਗੇ 1500 ਰੁਪਏ ਪਰ ਏਕੜ ਉਹਨਾਂ ਨੂੰ ਦਿੱਤਾ ਜਾਊਗਾ। ਮੇਰੇ ਇਲਾਕੇ 'ਚ ਤਾਂ ਕਿਸੇ ਨੂੰ ਨਹੀਂ ਮਿਲਿਆ, ਹੋਰ ਕਿਸੇ ਨੂੰ ਮਿਲ ਗਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਤੇ ਮੇਰੇ ਕੋਲ ਜਿੱਥੇ ਤੱਕ ਜਾਣਕਾਰੀ ਹੈ ਕਿ ਪੂਰੇ ਪੰਜਾਬ 'ਚ ਕਿਸੇ ਨੂੰ ਚਵਾਨੀ ਨਹੀਂ ਮਿਲੀ। ਕਿ ਰਾਜਸੀ ਧਿਰਾਂ ਸਾਡੀ ਲੀਡਰਸ਼ਿਪ ਕਿਉਂ ਕਿਸਾਨਾਂ ਦੇ ਨਾਲ ਬੇਈਮਾਨ ਹੈ, ਕਿਉਂ ਇਸ ਤਰ੍ਹਾਂ ਦੇ ਵਾਅਦੇ ਤੇ ਲਾਰੇ ਲਾਉਂਦੀ ਹੈ ਜਿਹੜੇ ਬਾਅਦ 'ਚ ਜ਼ਮੀਨੀ ਹਕੀਕਤਾਂ ਤੇ ਖਰੇ ਨਹੀਂ ਉਤਰ ਸਕਦੇ। ਯਾਨੀ ਇੱਕ ਤਾਂ ਜਥੇਬੰਦੀ ਵੱਡੀ ਸੀ ਉਹ ਬਚ ਗਈ, ਨਹੀਂ ਤਾਂ ਪੂਰੀ ਤਰ੍ਹਾਂ ਆਪਣੇ ਪੈਰਾਂ ਥੱਲੇ ਕੁਚਲਣ ਦਾ ਯਤਨ ਕੀਤਾ, ਜਿਸ 'ਚ ਸਫਲ ਰਹੀ ਹੈ ਭਗਵੰਤ ਮਾਨ ਸਰਕਾਰ। ਕਿ ਗਰਦੌਰੀਆਂ ਹੋਈਆਂ ਨਹੀਂ ਤੁਹਾਡੀਆਂ, ਗਰਦਾਵਰੀਆਂ ਤੋਂ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਦੀਆਂ ਹੋਈਆਂ ਹੀ ਨਹੀਂ। ਉਸ ਤੋਂ ਪਹਿਲਾਂ ਫਿਰ ਬਾਰਿਸ਼ ਦੇ ਕਾਰਨ ਅਸੀਂ ਫਸਲਾਂ ਵੀ ਵੱਢ ਲਈਆਂ, ਫਟਾਫਟ ਕੰਬਾਈਨਾਂ ਨਾਲ ਚੁਕਵਾ ਵੀ ਲਈਆਂ, ਤੇ ਜਦੋਂ ਗਰਦਾਵਰੀਆਂ ਹੀ ਨਹੀਂ ਹੋਈਆਂ ਤੇ ਤੁਸੀਂ ਮੁਆਵਜ਼ਾ ਕਿੱਥੋਂ ਦਿਓਗੇ ਜੀ? ਲੋਕਾਂ ਨੂੰ ਤਾਂ ਉਦਾਂ ਹੀ ਅੰਦੋਲਨ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹੜੀਆਂ ਇਹੋ ਜਿਹੇ ਸੰਵੇਦਨਸ਼ੀਲ ਮੁੱਦੇ ਹੁੰਦੇ ਆ ਉਹ ਆਮ ਲੋਕਾਂ ਨੂੰ ਲੜਨੇ ਪੈਂਦੇ ਆ। ਹਾਲਾਂਕਿ ਇਹ ਸਰਕਾਰ ਨੂੰ ਜਿਹੜੇ ਇਹੋ ਜਿਹੇ ਮੁੱਦੇ ਹੈਗੇ ਆ ਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ। ਲੈ ਇਹ ਐਟੀਟਿਊਡ ਸੀਗਾ ਚੀਫ ਮਿਨਿਸਟਰ ਸਾਹਿਬ ਦਾ। ਫਿਰ ਉਹ ਕਹਿੰਦੇ ਮੈਂ ਕਿਸਾਨ ਦਾ ਪੁੱਤ, ਤੁਸੀਂ ਕਿਸਾਨ ਦੇ ਪੁੱਤ। ਜੇ ਕੋਈ ਟੀਚਰਾਂ ਦਾ ਮਾਮਲਾ ਆਉਂਦਾ ਮੈਂ ਟੀਚਰ ਦਾ ਪੁੱਤ। ਭਾਈ ਕਿਸੇ ਦੇ ਵੀ ਪੁੱਤ ਹੋ, ਪਰ ਇਨਸਾਨੀਅਤ ਹੋਣਾ, ਇਨਸਾਨ ਹੋਣਾ, ਕਿਸੇ ਦੇ ਸੰਵੇਦਨਸ਼ੀਲ ਹੋਣਾ, ਲੋਕਾਂ ਦੀਆਂ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝ ਕੇ ਉਹਦਾ ਕੋਈ ਹੱਲ ਕੱਢਣਾ, ਇਹ ਤੁਹਾਡਾ ਫਰਜ਼ ਬਣਦਾ। ਇਹ ਮਹਿਸੂਸ ਹੋਣ ਲੱਗਿਆ ਕਿ ਅਸੀਂ ਡੰਡੇ ਨਾਲ ਕੋਈ ਚੀਜ਼ ਵੀ ਕਰਵਾ ਸਕਦੇ ਹਾਂ। ਕਿਸਾਨ ਸਾਡੇ ਇਹ ਉਹੀ ਜਥੇਬੰਦੀ ਹੈ ਜਾਂ ਉਹੀ ਪਾਰਟੀ ਹੈ ਜਿਹੜੀ ਤੁਹਾਡੇ ਲਈ ਦਿੱਲੀ ਦੀਆਂ ਗੁਰੂਆਂ ਤੇ ਜਾ ਕੇ ਹਮਾਇਤ ਕਰਦੀ ਰਹੀ ਹੈ। ਹੁਣ ਆਪ ਹੀ ਇਸ ਤਰ੍ਹਾਂ ਦਾ ਵਰਤਾਰਾ, ਇਹ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਜਿਹੜੇ ਤਾਂ ਅੰਦੋਲਨ 'ਚੋਂ ਨਿਕਲੇ ਹੋਏ ਆ ਹੁਣ ਉਹ ਅੰਦੋਲਨਾਂ ਨੂੰ ਬੇਵਜ੍ਹਾ ਸਮਝਦੇ ਆ। ਸੋ ਇਹ ਜਿਹੜੀ ਭਗਵੰਤ ਸਿੰਘ ਦੀ ਮਾਨ ਦੀ ਸਰਕਾਰ ਹੈ, ਜਲੰਧਰ ਇਲੈਕਸ਼ਨ ਤੋਂ ਬਾਅਦ ਜਿਸ ਤਰ੍ਹਾਂ ਜਿਹੜਾ ਆ ਨਵਾਂ ਕੇਸ ਅੱਜ ਆਇਆ ਕਿ ਕਿੱਥੇ ਕਿਸਾਨਾਂ ਦੀਆਂ ਪੱਗਾਂ ਲਾਈਆਂ, ਜਿਸ ਤਰ੍ਹਾਂ ਸਾਡੀ ਇੱਕ ਮਾਤਾ ਦੇ ਪੁਲਿਸ ਵਾਲੇ ਪੰਜਾਬ ਪੁਲਿਸ ਚਪੇੜਾ ਮਾਰ ਰਹੀ ਹੈ, ਮੇਰਾ ਖਿਆਲ ਹੈ ਬੜੀ ਸ਼ਰਮਨਾਕ ਗੱਲ ਹੈ। ਬੀਬੀ ਲਖਵਿੰਦਰ ਕੌਰ ਸੀਗੀ ਚੀਮਾ ਖੁੱਡੀ ਦੀ, ਉਹ ਲਗਭਗ ਉਹਦਾ ਪਤੀ ਸੀਗਾ ਹਾਰਟ ਅਟੈਕ ਦਾ ਮਰੀਜ਼, ਜਦੋਂ ਉਹਨੂੰ ਕੁੱਟਣ ਡਈ ਸੀ ਉਹ ਗਾੜੀ ਹੋਈ। ਕਿ ਮੂੰਗੀ ਦਾ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ MSP ਦੇਵਾਂਗੇ, MSP ਰੇਟ ਦੇਵਾਂਗੇ। ਜੇ ਕੋਈ ਕਿਸਾਨ ਸਿੱਧੀ ਸੱਜੇ ਖੱਬੇ ਵੇਚਦਾ ਹੈ ਉਹਨੂੰ ਘੱਟ ਰੇਟ ਮਿਲਦਾ ਤੇ ਕੋਲੋਂ ਦੇਵਾਂਗੇ। 10 ਕੇ 15% ਜਿਹੜੀ ਸਾਰੀ ਮੂੰਗੀ ਜਿਹੜੀ ਹੈ MSP ਤੇ ਵਿਕੀ, ਬਾਕੀ ਸਾਰੀ ਮੂੰਗੀ ਜਿਹੜੀ ਹੈ ਕਿਸਾਨਾਂ ਨੂੰ ਸਸਤੇ ਰੇਟ ਤੇ ਸੁੱਟ ਕੇ ਮੰਡੀਆਂ ਦੇ ਵਿੱਚ ਵਾਪਸ ਮੁੜਨਾ ਪਿਆ। ਜੇ ਨਸ਼ਿਆਂ ਤੇ ਕੋਈ ਮੋਰਚਾ ਲੱਗਦਾ ਬੇਵਜ੍ਹਾ ਵਾ, ਮੁਆਵਜ਼ਾ ਲੈਣਾ ਫਸਲਾਂ ਦਾ ਬੇਵਜ੍ਹਾ ਵਾ, ਰੁਜ਼ਗਾਰ ਦੀ ਗੱਲ ਕਰਨੀ ਬੇਵਜ੍ਹਾ ਵਾ, ਫਸਲਾਂ ਦੇ ਭਾਅ ਲੈਣੇ ਬੇਵਜ੍ਹਾ ਵਾ, ਪਰ ਅਜੇ ਤੱਕ ਖੇਤੀ ਨੀਤੀ ਨਹੀਂ ਬਣਾ ਸਕੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਦੀ ਕਿਸਾਨੀ
ਆਪਣੇ ਮੁੱਦਿਆਂ ਨੂੰ ਲੈ ਕੇ, ਆਪਣੇ ਹਿੱਤਾਂ ਲਈ, ਕਿਸਾਨੀ ਦੇ ਹਿੱਤਾਂ ਲਈ ਅਕਸਰ ਕਿਉਂ ਲੰਬੀਆਂ ਲੜਾਈਆਂ ਲੜਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸੱਤਾ 'ਚ ਆਉਣ ਤੋਂ ਪਹਿਲਾਂ ਵੱਡੇ ਦਾਅਵੇ ਤੇ ਵਾਅਦੇ ਕਰਦੇ ਰਹੇ ਕਿਸਾਨੀ ਦੇ ਨਾਲ। ਬਹੁਤ ਕੁਝ ਕਿਹਾ ਗਿਆ, ਜੇ ਆਪਾਂ ਉਹ ਸਾਰਾ ਕੁਝ ਦੁਹਰਾਉਣ ਲੱਗਾਂਗੇ ਤਾਂ ਸ਼ਾਇਦ ਡਿਬੇਟ ਦਾ ਸਮਾਂ ਉਹਨਾਂ ਵਾਅਦਿਆਂ 'ਚ ਹੀ ਨਿਕਲ ਸਕਦਾ ਹੈ। ਜਦੋਂ ਹੁਣ ਅਮਲੀ ਹਕੀਕਤਾਂ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਅੰਦੋਲਨ ਦੇ ਰਾਹ ਹੈ। ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਗੱਲ ਕਰ ਲਈਏ, ਜ਼ੀਰਾ ਫੈਕਟਰੀ ਜਿਹਦੇ ਬੰਦ ਕਰਨ ਦੀ ਗੱਲ ਕਰਕੇ ਮੁੜ ਕੇ ਫਿਰ ਹਲਫੀਆ ਬਿਆਨ ਦੇ ਕੇ ਕਹਿਤਾ ਕਿ ਨਹੀਂ ਅਸੀਂ ਤਾਂ ਉਹ ਵਾਪਸ ਲੈ ਲਿਆ ਆਪਣਾ ਆਦੇਸ਼। ਇਸੇ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ, ਜ਼ਮੀਨ, ਨੈਸ਼ਨਲ ਜਿਹੜੇ ਸੜਕਾਂ ਦੇ ਪ੍ਰੋਜੈਕਟ ਹੈ ਉਹ ਅਕਵਾਇਰ ਕਰਨ ਲਈ, ਲੈਣ ਲਈ ਜਦੋਂ ਮੁੱਲ ਪਾਇਆ ਜਾਂਦਾ ਹੈ ਤਾਂ ਉਹ ਮੁੱਲ ਲੈਣ ਦੇ ਲਈ ਵੀ ਕਿਸਾਨਾਂ ਨੂੰ ਲੜਾਈ ਲੜਨੀ ਪੈਂਦੀ ਹੈ, ਇੱਥੋਂ ਤੱਕ ਕਿ ਔਰਤਾਂ ਨੂੰ ਥੱਪੜ ਖਾਣੇ ਪੈਂਦੇ ਹੈ। ਲੜਾਈ ਚਾਹੇ ਦਿੱਲੀ ਦੀਆਂ ਬਰੂਹਾਂ ਤੇ ਹੋਵੇ, ਚਾਹੇ ਪੰਜਾਬ ਦੀ ਧਰਤੀ ਤੇ ਹੋਵੇ। ਇੱਕ ਸਵਾਲ ਤਾਂ ਉੱਠਦਾ ਹੀ ਹੈ, ਸੁਭਾਵਿਕ ਹੈ ਕਿ ਰਾਜਸੀ ਧਿਰਾਂ, ਸਾਡੀ ਲੀਡਰਸ਼ਿਪ ਕਿਉਂ ਕਿਸਾਨਾਂ ਦੇ ਨਾਲ ਬੇਈਮਾਨ ਹੈ, ਕਿਉਂ ਇਸ ਤਰ੍ਹਾਂ ਦੇ ਵਾਅਦੇ ਤੇ ਲਾਰੇ ਲਾਉਂਦੀ ਹੈ ਜਿਹੜੇ ਬਾਅਦ 'ਚ ਜ਼ਮੀਨੀ ਹਕੀਕਤਾਂ ਤੇ ਖਰੇ ਨਹੀਂ ਉਤਰ ਸਕਦੇ। ਇਹਨਾਂ ਮੁੱਦਿਆਂ ਤੇ ਪੈਨਲ ਤੇ ਮੇਰੇ ਨਾਲ ਚਰਚਾ ਜਿਹੜੇ ਬੇਨਤੀ ਪ੍ਰਵਾਨ ਕਰਕੇ ਸਾਡੇ ਮਹਿਮਾਨ ਜੁੜੇ ਹੈ। ਕਿਸਾਨ ਆਗੂ ਸੰਦੀਪ ਸਿੰਘ ਢਿੱਲੋਂ ਨੇ ਲੰਬਾ ਸਮਾਂ ਜ਼ੀਰਾ ਫੈਕਟਰੀ 'ਚ ਅਗਵਾਈ ਕਰਦੇ ਰਹੇ ਹੈ। ਬਲਦੇਵ ਸਿੰਘ ਭਾਈਰੂਪਾ ਕਿਸਾਨ ਆਗੂ, ਦਿੱਲੀ ਦੀਆਂ ਬਰੂਹਾਂ ਤੇ ਵੀ ਲੜਾਈ ਲੜਦੇ ਰਹੇ ਹੈ। ਬਿਕਰਮਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ, ਕਦਾਵਰ ਆਗੂ, ਇੱਦਾਂ ਹੀ ਸਾਡੇ ਨਾਲ ਜੁਆਇਨ ਕਰ ਰਿਹਾ ਹੈ ਵਿਰਸਾ ਸਿੰਘ ਵਲਟੋਹਾ, ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਆਗੂ ਤੇ ਬੁਲਾਰੇ। ਸਾਰੀਆਂ ਤਰ੍ਹਾਂ ਦੀ ਇੱਕ ਜਾਣੀ ਪਹਿਚਾਣੀ ਸ਼ਖਸੀਅਤ ਪ੍ਰੋਫੈਸਰ ਮਨਜੀਤ ਸਿੰਘ, ਰਾਜਸੀ ਵਿਸ਼ਲੇਸ਼ਕ ਦੇ ਤੌਰ ਤੇ ਅਸੀਂ ਉਹਨਾਂ ਨੂੰ ਜਾਣ ਪਛਾਣ ਕਰਾਉਂਦੇ ਹਾਂ। ਸਾਰੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਆਪਣੇ ਤਹਿ ਦਿਲੋਂ ਧੰਨਵਾਦ ਕਰਦਾ, ਜੀ ਆਇਆਂ ਆਖਦਾ। ਬਲਦੇਵ ਭਾਈਰੂਪਾ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਇਸ ਕਰਕੇ ਵੀ ਲੈ ਰਿਹਾ, ਜਦੋਂ ਫਸਲਾਂ ਦੇ ਖਰਾਬੇ ਦੀ ਗੱਲ ਹੁੰਦੀ ਹੈ ਤਾਂ ਮੇਰੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ, ਤੁਸੀਂ ਬਠਿੰਡਾ ਨਾਲ ਸੰਬੰਧ ਰੱਖਦੇ ਹੋ, ਉੱਥੇ ਬਹੁਤ ਵੱਡੀ ਪੱਧਰ ਤੇ ਫਸਲਾਂ ਬਰਬਾਦ ਹੋਈਆਂ, ਤਬਾਹ ਹੋਈਆਂ, ਤੇ ਇਸੇ ਤਰੀਕੇ ਨਾਲ ਸੜਕਾਂ ਦੇ ਮੁਆਵਜ਼ੇ ਦੀ ਗੱਲ ਵੀ ਹੈ। ਉੱਥੇ ਮੁੱਖ ਮੰਤਰੀ ਆਏ ਤੇ ਦਾਅਵੇ ਤੇ ਵਾਅਦੇ ਕਰਕੇ ਗਏ। ਕੀ ਹੈ ਜ਼ਮੀਨੀ ਹਕੀਕਤ ਬਲਦੇਵ ਜੀ? ਹੁਣ ਤਾਂ ਫਸਲਾਂ ਵੀ ਖੇਤਾਂ 'ਚ ਰਹੀਆਂ ਤੇ ਮੰਡੀਆਂ 'ਚ ਵੀ ਨਹੀਂ ਰਹੀਆਂ। ਕਿਵੇਂ ਦੇਖਦੇ ਹੋ ਉਹਨਾਂ ਵਾਅਦਿਆਂ ਨੂੰ ਤੇ ਦਾਅਵਿਆਂ ਨੂੰ? ਸਰੋਤਿਆਂ ਨੂੰ ਤੇ ਮੇਰੇ ਨਾਲ ਬੈਠੇ ਡਿਬੇਟ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਦੇਖੋ ਜੀ, ਜਿਹੜੀ ਤੁਸੀਂ ਫਸਲਾਂ ਦੇ ਖਰਾਬੇ ਵਾਲੀ ਗੱਲ ਕਰੀ ਆ, 24 ਮਾਰਚ ਨੂੰ ਸਵੇਰੇ ਜਦੋਂ ਗੜਿਆਂ ਦਾ ਕਹਿਰ, ਕੁਦਰਤ ਦਾ ਕਹਿਰ ਕਿਸਾਨੀ ਦੇ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦੇ ਉੱਤੇ ਪਿਆ, ਤਾਂ ਸਵੇਰੇ ਉੱਠ ਕੇ ਜਦੋਂ ਅਸੀਂ ਸਾਰੇ ਖੇਤਾਂ ਦੇ ਵਿੱਚ ਗੇੜੇ ਦਿੱਤੇ ਤਾਂ ਜਾ ਕੇ ਮਤਲਬ ਧਾਂ ਨਿਕਲਦੀ ਸੀ ਕਿ ਐਡਾ ਵੱਡਾ ਮਾੜਾ ਹਾਲ ਜਿਹੜਾ ਕਿਸਾਨਾਂ ਦਾ ਹੋਇਆ। ਤਾਂ ਅਸੀਂ ਖੇਤਾਂ ਦੇ ਵਿੱਚ ਜਾ ਕੇ ਵੀਡੀਓ ਵਗੈਰਾ ਪਾਈਆਂ ਕਿ ਜਿਹੜੀ ਇਹ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚ ਜੇ। ਉੱਥੇ ਮੌਕੇ ਤੇ ਅਧਿਕਾਰੀ ਵੀ, ਐਸਡੀਐਮ ਵਗੈਰਾ, ਤਹਿਸੀਲਦਾਰ ਵਗੈਰਾ ਬੁਲਾਏ ਤਾਂ ਉਹਨਾਂ ਤੋਂ ਪੁੱਛਿਆ ਕਿ ਕਿੰਨਾ ਕੁ ਨੁਕਸਾਨ ਆ ਜੀ। ਸਾਰਿਆਂ ਦੇ ਮੂੰਹ ਦੇ ਵਿੱਚੋਂ ਇਹੀ ਨਿਕਲਦਾ ਸੀ ਕਿ 100% ਨੁਕਸਾਨ ਹੋ ਗਿਆ, ਤਬਾਹੀ ਮੱਚ ਗਈ ਜੀ। ਤਾਂ ਉਹ ਖਬਰਾਂ ਦਾ ਥੋੜਾ ਅਸਰ ਹੋਇਆ ਤਾਂ ਦੂਸਰੇ ਦਿਨ 25 ਮਾਰਚ ਨੂੰ ਭਗਵੰਤ ਮਾਨ ਸੀਐਮ ਸਾਹਿਬ ਸਾਡੇ ਇਸ ਇਲਾਕੇ ਦੇ ਵਿੱਚ ਆਏ। ਉਹਨਾਂ ਨੇ ਦੌਰਾ ਕੀਤਾ ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਇਹੀ ਕਢਾਇਆ ਕਿ ਦੱਸੋ ਜੀ ਕਿੰਨਾ ਕੁ ਨੁਕਸਾਨ ਹੋ ਗਿਆ। ਤਾਂ ਉਹਨਾਂ ਨੇ ਖੁਦ ਮੰਨਿਆ ਕਿ 100% ਨੁਕਸਾਨ ਆ ਜਿਹੜਾ ਫਸਲਾਂ ਦਾ ਹੋ ਗਿਆ, ਨਾ ਇਹਦੇ 'ਚ ਦਾਣੇ ਆ, ਨਾ ਇਹਦੇ 'ਚ ਤੂੜੀ ਰਹੀ ਆ। ਤੇ ਮੇਰੀ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ ਹਮਦਰਦੀ ਆ। ਅਸੀਂ ਇਹਦੇ ਬਾਰੇ ਸੋਚਾਂਗੇ, ਮੁਆਵਜ਼ੇ ਦਾ ਐਲਾਨ ਕਰਾਂਗੇ। ਤਾਂ ਜਦੋਂ ਉਹਨਾਂ ਨੇ ਆਪਦਾ ਭਾਸ਼ਣ ਝਾੜ ਕੇ ਜਦੋਂ ਤੁਰਨ ਲੱਗੇ ਤਾਂ ਅਸੀਂ ਗੱਡੀ ਦੇ ਅੱਗੇ ਹੋਏ। ਅੱਗੇ ਹੋ ਕੇ ਉਹਨਾਂ ਨੂੰ ਪੁੱਛਿਆ ਜੀ ਦੱਸੋ ਕੀ ਕਰਕੇ ਗਏ ਹੋ? ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਜਿੱਥੇ 100% ਨੁਕਸਾਨ ਹੋ ਗਿਆ ਉੱਥੇ ਅਸੀਂ 15,000 ਰੁਪਇਆ ਪ੍ਰਤੀ ਏਕੜ ਜਿਹੜਾ ਹੈਗਾ ਫਸਲ ਦਾ ਦੇਵਾਂਗੇ।
ਤੇ ਜਿਹਨੂੰ ਅਸੀਂ ਮੌਕੇ ਤੇ ਹੀ ਰੱਦ ਕਰ ਦਿੱਤਾ ਸੀ ਵੀ ਇਹ ਤਾਂ ਬਹੁਤ ਥੋੜਾ ਨੁਕਸਾਨ ਤਾਂ 60-70 ਹਜ਼ਾਰ ਦਾ ਹੋਇਆ, 15 ਹਜ਼ਾਰ ਦੇ ਨਾਲ ਤਾਂ ਜਿਹੜੇ ਖਰਚੇ ਆ ਉਹ ਨਹੀਂ ਪੂਰੇ ਹੁੰਦੇ। ਤਾਂ ਉਹਨਾਂ ਦਾ ਇੱਕੋ ਹੀ ਜਵਾਬ ਸੀ ਕਿ ਪਿਛਲੀਆਂ ਸਰਕਾਰਾਂ ਸੀ ਜਿਹੜੀਆਂ ਉਹ 12-13 ਹਜ਼ਾਰ ਦਿੰਦੀਆਂ ਸੀ, ਮੈਂ ਤਾਂ 25% ਵਧਾਤਾ, ਮੈਂ 15 ਹਜ਼ਾਰ ਕਰਤਾ। ਉਸ ਤੋਂ ਬਾਅਦ ਵਿਸਾਖੀ ਵਾਲੇ ਦਿਨ ਤੱਕ ਉਹਨਾਂ ਨੇ ਵਾਅਦਾ ਕੀਤਾ ਕਿ ਵਿਸਾਖੀ ਤੱਕ ਸਾਰੇ ਕਿਸਾਨਾਂ ਦੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਚੈੱਕ ਦਿੱਤੇ ਜਾਣਗੇ, ਉਹਨਾਂ ਦੇ ਖਾਤਿਆਂ 'ਚ ਪੈਸੇ ਪਾਏ ਜਾਣਗੇ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਫਾਜ਼ਿਲਕਾ ਜਾ ਕੇ ਇੱਕ ਹੋਰ ਸਾਈਡ ਤੇ ਡਰਾਮਾ ਵੀ ਕੀਤਾ ਤੇ ਕੁਝ ਕਿਸਾਨਾਂ ਨੂੰ ਚੈੱਕ ਵੀ ਦਿੱਤੇ ਤੇ ਇਹ ਵੀ ਵੱਡੇ ਵੱਡੇ ਸਟੇਜ ਤੇ ਖੜ ਕੇ ਵਾਅਦੇ ਨਾਅਰੇ ਕੀਤੇ ਕਿ ਦੇਖੋ ਕਿਸਾਨਾਂ ਦੀਆਂ ਫਸਲਾਂ ਹਲੇ ਖੇਤਾਂ 'ਚ ਹੀ ਆ ਤੇ ਅਸੀਂ ਤਾਂ ਮੁਆਵਜ਼ਾ ਦੇਣਾ ਵੀ ਸ਼ੁਰੂ ਕਰਤਾ। ਉਹ ਉਸ ਦਿਨ ਹੀ ਸੀ ਉਹਨਾਂ ਕਿ ਜਿੰਨਾ ਕੁ ਕਿਸਾਨਾਂ ਨੂੰ ਦਿੱਤਾ ਗਿਆ ਜੀ। ਹਕੀਕੀ ਰੂਪ 'ਚ ਆਇਆ ਅੱਜ ਵੀ ਐਸਡੀਐਮ ਸਾਹਿਬ ਫੂਲ ਨੂੰ ਮਿਲ ਕੇ ਆਇਆ, ਮੈਂ ਕਿਹਾ ਜੀ ਦੱਸੋ, ਸਾਨੂੰ ਪੁੱਛਦੇ ਆ ਕਿਸਾਨ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। 2 ਸਾਡੇ ਭਾਈ ਰੂਪੇ ਖੁਦਕਸ਼ੀਆਂ ਵੀ ਹੋ ਗਈਆਂ ਕਿਸਾਨਾਂ ਦੀਆਂ, ਨੌਜਵਾਨਾਂ ਦੀਆਂ, ਉਹਨਾਂ ਤੋਂ ਆਪਦੀਆਂ ਫਸਲਾਂ ਸੀ ਜਿਹੜੀਆਂ ਉਹ ਜਰੀਆਂ ਨਾ ਗਈਆਂ, ਤਬਾਹ ਹੁੰਦੀਆਂ। ਤਾਂ ਹਾਲ ਤੱਕ ਜਿਹੜਾ ਹਕੀਕੀ ਰੂਪ 'ਚ ਕੋਈ ਮਤਲਬ ਕਿਸੇ ਨੂੰ 1 ਰੁਪਈਆ ਵੀ ਨਹੀਂ ਆਇਆ। ਹਜੇ ਤਾਂ ਇਹਨਾਂ ਤੋਂ ਕਾਰਵਾਈ ਨਹੀਂ ਪੂਰੀ ਹੋਈ। ਮੈਨੂੰ ਅਧਿਕਾਰੀਆਂ ਨੇ ਦੱਸਿਆ, ਕਹਿੰਦੇ ਜੀ 60% ਜਿਹੜਾ ਸੀਗਾ ਅਸੀਂ ਪੂਰਾ ਕਰ ਲਿਆ, ਬਾਕੀ ਰਹਿੰਦਾ ਜੀ। ਤੇ ਸਾਨੂੰ ਇਹ ਲੱਗਦਾ ਕਿ ਮੁੱਦਾ ਹੀ ਜਦੋਂ ਖਤਮ ਹੋ ਗਿਆ, ਹੁਣ ਤਾਂ ਬਾਣ ਜ਼ਮੀਨਾਂ ਸੀ ਜਿਹੜੀਆਂ ਬਾਹ ਵੀ ਦਿੱਤੀਆਂ ਕਿਸਾਨਾਂ ਨੇ, ਤਾਂ ਹੁਣ ਸਮਝ ਨਹੀਂ ਆਉਂਦੀ ਵੀ ਹੁਣ ਕਾਹਦੀ ਗਰਦੌਰੀ ਰਹਿ ਗਈ, ਕੀ ਰਹਿ ਗਿਆ। ਇਹ ਟਾਲ ਮਟੋਲ ਵਾਲੀਆਂ ਗੱਲਾਂ ਜਿਹੜੀਆਂ ਇਹਨੂੰ ਲੰਮਾ ਕਰੀ ਜਾਣਾ ਸਨ। ਮੈਨੂੰ ਲੱਗਦਾ ਕਿ ਸਰਕਾਰ ਆ ਜਿਹੜੀ ਉਹ ਕਿਸਾਨਾਂ ਨੂੰ ਕੁਝ ਦੇਣਾ ਨਹੀਂ ਚਾਹੁੰਦੀ, ਉਹ ਕੱਲੀਆਂ ਗੱਲਾਂ ਬਾਤਾਂ ਦੇ ਨਾਲ ਹੀ ਸਾਰਨਾ ਚਾਹੁੰਦੀ ਆ। ਬਲਦੇਵ ਜੀ ਧੰਨਵਾਦ ਤੁਹਾਡਾ ਜੀ। ਬਲਦੇਵ ਜੀ ਮੈਂ ਇਸ ਮੁੱਦੇ ਤੇ ਫੇਰ ਤੁਹਾਡੇ ਵੱਲ ਆਵਾਂਗਾ, ਤੁਹਾਡਾ ਆਪਾਂ ਸਵਾਲ ਫੇਰ ਲੈਣੇ ਆ। ਪੰਦੇਰ ਸਾਹਿਬ, ਜਿਸ ਮੁੱਦੇ ਤੇ ਆਪਾਂ ਕਿਸਾਨੀ ਦੇ ਮੁੱਦੇ ਤੇ ਗੱਲ ਕਰ ਰਹੇ ਹਾਂ, ਤੁਸੀਂ ਇਸ ਵੇਲੇ ਮਾਝੇ 'ਚ ਬੈਠੇ ਹੋ, ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ, ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਜ਼ਬਰਦਸਤੀ ਅਕਵਾਇਰ ਕਰਨ ਦੀ ਗੱਲ, ਤੁਸੀਂ ਉਹਦਾ ਵਿਰੋਧ ਕੀਤਾ। ਅਸੀਂ ਦੇਖ ਰਹੇ ਹਾਂ ਕਿ ਕਈ ਪੁਲਿਸ ਵਾਲਿਆਂ ਨੇ ਔਰਤਾਂ ਨੂੰ ਵੀ ਕੁੱਟਿਆ, ਕਿਸਾਨਾਂ ਤੇ ਵੀ ਜਿਹੜਾ ਅਤਿਆਚਾਰ ਕੀਤਾ। ਕਿਉਂ ਸਰਕਾਰਾਂ ਫਿਰ ਇਸ ਕਦਰ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਬੇਈਮਾਨ ਹੋ ਜਾਂਦੀਆਂ, ਆਪਣੇ ਹੱਕਾਂ ਦੀ ਗੱਲ ਕਰਦੀਆਂ ਜਿਹੜੀਆਂ ਜਥੇਬੰਦੀਆਂ, ਕਿਸਾਨ ਆਗੂ, ਫਿਰ ਵੀ ਉਹਨਾਂ ਨਾਲ ਅਜਿਹਾ ਵਰਤਾਰਾ? ਪੰਦੇਰ ਸਾਹਿਬ, ਵੱਡੀ ਲੜਾਈ ਦੀ ਗੱਲ ਹੈ, ਕਿਵੇਂ ਦੇਖਦੇ ਹੋ? ਦੇਖੋ, ਜਿਹੜੇ ਕਹਿੰਦੇ ਸੀਗੇ ਕਿ ਅਸੀਂ ਕਿਸਾਨਾਂ ਦੇ ਪੁੱਤਾਂ ਆਮ ਘਰਾਂ ਦੇ ਵਿੱਚੋਂ ਆਏ ਹੋਏ ਆ, ਅਸੀਂ ਰਾਜਿਆਂ ਵਾਂਗ ਬਿਹੇਵ ਨਹੀਂ ਕਰਾਂਗੇ ਜੀ। ਸੋ ਅਸੀਂ ਸਮਝਦੇ ਹਾਂ ਜਦੋਂ ਕਿਸਾਨ ਦਾ ਪੁੱਤ ਉਦੋਂ ਤੱਕ ਰਹਿੰਦਾ ਜਦੋਂ ਕਿਸਾਨੀ ਖੇਤੀ ਕਰਦਾ। ਜਦੋਂ ਕੋਈ ਐਮਐਲਏ ਜਾਂ ਸੀਐਮ ਬਣ ਜਾਂਦਾ ਫਿਰ ਕਿਸਾਨ ਦਾ ਪੁੱਤ ਨਹੀਂ ਰਹਿੰਦਾ ਹੁੰਦਾ। ਇਹ ਸਾਡੀ ਸਮਝ ਸੀਗੀ ਔਰ ਉਹ ਸਭ ਖੁੱਲ ਕੇ ਸਾਹਮਣੇ ਆ ਗਿਆ ਜਿਹੜੀ ਅਸੀਂ ਸਮਝ ਹੁੰਦੇ ਸੀ। ਤੋ ਜਿਸ ਤਰੀਕੇ ਨਾਲ ਦੇਖੋ ਦੋਵੇਂ ਕਾਨੂੰਨੀ ਆ, ਜਿਹੜਾ ਲੈਂਡ ਐਕੁਇਜੀਸ਼ਨ ਐਕਟ ਆ ਉਹਦੇ ਮੁਤਾਬਕ ਤੁਸੀਂ ਜਿਹੜੀ ਜ਼ਮੀਨ ਰਿਕਵਾਇਰ ਕਰਨੀ ਹੈ ਮਾਰਕੀਟ ਰੇਟ ਤੋਂ 4 ਗੁਣਾ ਵੱਧ ਤੁਸੀਂ ਦੇਣਾ ਹੁੰਦਾ, 50% ਜਾੜਾ ਪੱਟਾ ਦੇਣਾ ਹੁੰਦਾ। ਠੀਕ ਹੈ ਜੀ। ਉਹ ਲੈਂਡ ਐਕੁਇਜੀਸ਼ਨ ਵਿੱਚ ਵੱਡੇ ਘਪਲੇ ਕੀਤੇ ਆ ਪਿਛਲੀ ਸਰਕਾਰ ਦੇ ਅਧਿਕਾਰੀਆਂ ਨੇ, ਇਹਨਾਂ ਨੇ ਵੀ ਕੁਝ ਨਹੀਂ ਕੀਤਾ। ਦੂਸਰਾ, ਇਹਨਾਂ ਦੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੀ ਬਿਹੇਵ ਤੇ ਵਾਅਦਾ ਕਰਕੇ ਵੀ ਜਿੰਨਾ ਚਿਰ ਆਰਬਿਟ੍ਰੇਸ਼ਨ ਰਾਹੀਂ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇ ਨਹੀਂ ਲੈਂਦੇ, ਠੀਕ ਹੈ, ਉਹਨਾਂ 'ਚ ਕਈ ਕੇਸ ਚੰਗੇ ਹੱਲ ਵੀ, ਉਹਨਾਂ 'ਚ ਜ਼ਮੀਨਾਂ ਤੇ ਕਬਜ਼ਾ ਨਹੀਂ ਕਰਾਂਗੇ। ਇਹ ਸਾਰਾ ਕੁਝ ਸਿੱਕੇ ਤੇ ਟੰਗ ਕੇ, ਜਿਵੇਂ ਜਲੰਧਰ ਦੀ ਸੀਟ ਜਦੋਂ ਦੀ ਜਿੱਤੀ ਹੋਈ ਆ ਤਾਂ ਪੂਰੀ ਤਰ੍ਹਾਂ ਨਾਕੇਬੰਦੀ ਕਰਕੇ ਪੂਰੇ ਗੁਰਦਾਸਪੁਰ ਨੂੰ, ਤੇ ਜਦੋਂ ਇਹ ਜ਼ਮੀਨਾਂ ਤੇ ਕਬਜ਼ਾ ਲੈਣ ਗਏ ਫਿਰ ਕਿਸਾਨਾਂ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਉਹਨਾਂ ਤੇ ਗਾੜੀ ਹੋਣਾ ਹੀ ਸੀਗਾ। ਫਿਰ ਜਿਵੇਂ ਉਹਨਾਂ ਨੂੰ ਘੜੀਸਿਆ ਗਿਆ, ਪੱਗਾਂ ਲਾਈਆਂ ਗਈਆਂ, ਲਾਠੀ ਚਾਰਜ ਕੀਤਾ ਗਿਆ ਵਾ। ਔਰ ਦੇਖੋ ਬਹੁਤ ਸਾਰੀਆਂ ਵੀਡੀਓ ਤੁਹਾਡੇ ਕੋਲ ਪਹੁੰਚੀਆਂ ਨਹੀਂ ਹੈ ਗਰਾਊਂਡ ਤੋਂ, ਜਿੰਨਾਂ ਕੁ ਬਣ ਗਈਆਂ, ਬਹੁਤ ਤਸ਼ੱਦਦ ਹੋਇਆ। ਤੋਂ 2 ਰੈਸਟ ਹਾਊਸ ਦੇ ਵਿੱਚ ਕਿਸਾਨ ਰੱਖੇ ਗਏ, ਥਾਣਿਆਂ 'ਚ ਕਿਸਾਨ ਖੜੇ ਗਏ ਤੇ ਜਿਹੜੀ ਬੀਬੀ ਲਖਵਿੰਦਰ ਕੌਰ ਸੀਗੀ ਚੀਮਾ ਖੁੱਡੀ ਦੀ, ਉਹ ਲਗਭਗ ਉਹਦਾ ਪਤੀ ਸੀਗਾ ਹਾਰਟ ਅਟੈਕ ਦਾ ਮਰੀਜ਼, ਜਦੋਂ ਉਹਨੂੰ ਕੁੱਟਣ ਡਏ ਸੀ ਉਹ ਗਾੜੀ ਹੋਈ। ਤੇ ਜਿਵੇਂ ਇਹ ਕੁੱਤੀਏ ਬਿੱਲੀਏ ਕੋਈ ਵੱਡੀ ਗੱਲ ਨਹੀਂ ਫੋਰਸਾਂ ਵਾਸਤੇ ਜਿਵੇਂ ਕਰਦੀਆਂ ਹੁੰਦੀਆਂ ਔਰਤਾਂ ਨਾਲ। ਤਾਂ ਇਹ ਭਗਵੰਤ ਮਾਨ ਸਰਕਾਰ ਔਰਤਾਂ ਦਾ ਸਤਿਕਾਰ ਕਿੰਨਾ ਕਰਦੀ ਹੈ ਇਹ ਵੀਡੀਓ ਦੱਸ ਰਹੀ ਆ। ਅੱਜ ਕੱਲ ਤੱਕ ਤਾਂ ਮਾਂ ਦਿਹਾੜਾ ਮਨਾਇਆ ਗਿਆ ਤੇ ਮਾਵਾਂ ਦਾ ਸਨਮਾਨ ਕਿੰਨਾ ਵਾ, ਇਹ ਠੀਕ ਨਹੀਂ ਲੱਗਦਾ। ਇਹ ਚਾਹੀਦਾ ਔਰ ਪੂਰੀ ਤਰ੍ਹਾਂ, ਯਾਨੀ ਇੱਕ ਤਾਂ ਜਥੇਬੰਦੀ ਵੱਡੀ ਸੀ ਉਹ ਬਚ ਗਈ, ਨਹੀਂ ਤਾਂ ਪੂਰੀ ਤਰ੍ਹਾਂ ਆਪਣੇ ਪੈਰਾਂ ਥੱਲੇ ਕੁਚਲਣ ਦਾ ਯਤਨ ਕੀਤਾ, ਜਿਸ 'ਚ ਸਫਲ ਰਹੀ ਹੈ ਭਗਵੰਤ ਮਾਨ ਸਰਕਾਰ। ਪੰਦੇਰ ਸਾਹਿਬ, ਲੱਗਦਾ ਇਹ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਜਲੰਧਰ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਸਰਕਾਰ ਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਅਸੀਂ ਡੰਡੇ ਨਾਲ ਕੋਈ ਚੀਜ਼ ਵੀ ਕਰਵਾ ਸਕਦੇ ਹਾਂ,
ਕਿਸਾਨ ਸਾਡੇ ਇਹ ਉਹੀ ਜਥੇਬੰਦੀ ਹੈ ਜਾਂ ਉਹੀ ਪਾਰਟੀ ਹੈ ਜਿਹੜੀ ਤੁਹਾਡੇ ਲਈ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਹਮਾਇਤ ਕਰਦੀ ਰਹੀ ਹੈ, ਹੁਣ ਆਪ ਹੀ ਇਸ ਤਰ੍ਹਾਂ ਦਾ ਵਰਤਾਰਾ, ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਦੇਖੋ ਜਿਹੜੇ ਤਾਂ ਅੰਦੋਲਨ ਚੋਂ ਨਿਕਲੇ ਹੋਏ ਆ ਹੁਣ ਉਹ ਅੰਦੋਲਨਾਂ ਨੂੰ ਬੇਵਜ੍ਹਾ ਸਮਝਦੇ ਆ ਜੀ। ਉਹ ਕਿਸੇ ਵੀ ਸਾਡੇ ਅੰਦੋਲਨ ਦੀ ਵਜ੍ਹਾ ਦੱਸ ਦੇਣ ਵੀ ਜੇ ਨਸ਼ਿਆਂ ਤੇ ਕੋਈ ਮੋਰਚਾ ਲੱਗਦਾ ਬੇਵਜ੍ਹਾ ਵਾ, ਮੁਆਵਜ਼ਾ ਲੈਣਾ ਫਸਲਾਂ ਦਾ ਬੇਵਜ੍ਹਾ ਵਾ, ਰੁਜ਼ਗਾਰ ਦੀ ਗੱਲ ਕਰਨੀ ਬੇਵਜ੍ਹਾ ਵਾ, ਫਸਲਾਂ ਦੇ ਭਾਅ ਲੈਣੇ ਬੇਵਜ੍ਹਾ ਵਾ, ਪਰ ਅਜੇ ਤੱਕ ਖੇਤੀ ਨੀਤੀ ਨਹੀਂ ਬਣਾ ਸਕੇ, ਆਪਦੀ ਜ਼ਮੀਨ ਦਾ ਮੁਆਵਜ਼ਾ ਲੈਣਾ ਬੇਵਜ੍ਹਾ ਵਾ। ਹੁਣ ਦੁੱਖ ਦੀ ਗੱਲ ਹੈ ਵੀ ਜਿਹੜਾ ਕੰਮ ਤੁਸੀਂ ਦੇਣਾ ਹੀ ਕੱਖ ਨਹੀਂਗਾ, ਨੈਸ਼ਨਲ ਹਾਈਵੇ ਨੇ ਸਾਨੂੰ ਪੈਸੇ ਦੇਣੇ ਆ, ਕੇਂਦਰ ਪੈਸੇ ਦੇ ਰਿਹਾ, ਤੁਸੀਂ ਰਿਕਵਾਇਰ ਕਰਕੇ ਵੰਡਣੇ ਆ, ਤੁਸੀਂ ਵੰਡ ਵੀ ਨਹੀਂ ਸਕਦੇ, ਪੈਸੇ ਤਾਂ ਸੈਂਟਰ ਦੇ ਆਏ ਪਏ ਆ। ਤੋ ਇਹ ਕਿਵੇਂ ਸਰਕਾਰ ਇਹਨਾਂ ਗੱਲਾਂ ਤੋਂ ਭੱਜ ਲੂਗੀ? ਤੋ ਮੈਨੂੰ ਨਹੀਂ ਲੱਗਦਾ ਸਰਕਾਰਾਂ ਕਹਿ ਲੋ ਕੁਝ ਕਰਨਾ ਨਹੀਂ ਚਾਹੁੰਦੀਆਂ, ਜਿਹੜੇ ਰੰਗਲਾ ਪੰਜਾਬ ਬਣਾਉਂਦੀਆਂ ਗੱਲਾਂ ਕਰਦੇ ਸੀ ਉਹਨਾਂ ਦਾ ਬਿਹੇਵ ਵੀ ਪਿਛਲੀਆਂ ਸਰਕਾਰਾਂ ਵਰਗਾ ਹੀ ਆ, ਸਗੋਂ ਉਹਦੇ ਨਾਲ ਵੀ ਨਕੰਮਾ ਵਾ। ਜੀ ਜੀ, ਕਿਤੇ ਸਿਸਟਮ ਬਦਲਣਾ ਜਾਂ ਜੰਗਲਾ ਪੰਜਾਬ ਬਣਾਉਣਾ ਦੂਰ ਦੀਆਂ ਗੱਲਾਂ। ਬਿਲਕੁਲ ਪੰਦੇਰ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ, ਅਸੀਂ ਕੋਸ਼ਿਸ਼ ਕਰਾਂਗੇ ਫਿਰ ਵੀ ਤੁਹਾਡੇ ਨਾਲ ਸੰਪਰਕ ਕਰਕੇ ਸਵਾਲ ਲੈਣ ਦੀ। ਚੀਮਾ ਸਾਹਿਬ, ਜਿੱਦਾਂ ਗੱਲ ਕੀਤੀ ਹੈ ਪੰਦੇਰ ਸਾਹਿਬ ਨੇ ਕਿ ਸਰਕਾਰਾਂ ਕਿਸ ਤਰੀਕੇ ਨਾਲ ਬਿਹੇਵ ਕਰਦੀਆਂ ਜਦੋਂ ਵਾਅਦੇ ਕੀਤੇ ਜਾਂਦੇ ਸੱਤਾ 'ਚ ਆਉਣ ਤੋਂ ਪਹਿਲਾਂ, ਕਿਸ ਤਰ੍ਹਾਂ ਕਹਿੰਦੇ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ, ਤੇ ਫਿਰ ਕਿੱਦਾਂ ਯੂ ਟਰਨ ਲਈ ਜਾਂਦੀ ਹੈ? ਯੂ ਟਰਨ ਤੇ ਜੇ ਮੈਂ ਸਿੱਧੂ ਸਾਹਿਬ ਗੱਲ ਕਰਾਂ, ਭਗਵੰਤ ਸਿੰਘ ਮਾਨ ਜਿਸ ਦਿਨ ਤੋਂ ਮੁੱਖ ਮੰਤਰੀ ਬਣੇ ਆ ਪੰਜਾਬ ਤੇ, ਜੇ ਅਸੀਂ ਫਸਲਾਂ ਦੀ ਗੱਲ ਕਰੀਏ, ਜਿਸ ਦਿਨ ਆ ਪਿਛਲੇ ਦਿਨਾਂ 'ਚ ਸਾਡੀ ਕਣਕ ਖਰਾਬ ਹੋਈ ਜਾਂ ਬਾਕੀ ਫਸਲਾਂ ਜਿਹੜੀਆਂ ਬਾਰਿਸ਼ ਦੇ ਕਾਰਨ ਖਰਾਬ ਹੋਈਆਂ, ਤੇ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਮੈਂ ਚੈੱਕ ਜਿਹੜੇ ਆ ਫਟਾਫਟ ਕਿਸਾਨਾਂ ਦੇ ਖਾਤਿਆਂ 'ਚ ਪਾ ਦੂੰਗਾ। ਮੈਂ ਉਸ ਦਿਨ ਵੀ ਇੱਕ ਪ੍ਰਸ਼ਨ ਉਠਾਇਆ ਸੀ ਕਿ ਗੁਲਾਬੀ ਸੁੰਡੀ ਨਾਲ ਖਰਾਬ ਹੋਏ ਨਰਮੇ ਦਾ ਅਜੇ ਤੱਕ ਤੁਸੀਂ ਮੁਆਵਜ਼ਾ ਨਹੀਂ ਦਿੱਤਾ। ਉਸ ਤੋਂ ਬਾਅਦ ਲੰਪੀ ਸਕੀਮ ਨਾਲ ਜਿਹੜੇ ਸਾਡੇ ਫਾਰਮਰਸ ਦੇ ਪਸ਼ੂ ਜਿਹੜੇ ਨੁਕਸਾਨੇ ਗਏ, ਮਾਰੇ ਗਏ, ਉਹਨਾਂ ਦੇ ਤੁਸੀਂ ਮੁਆਵਜ਼ੇ ਦੀ ਗੱਲ ਕੀਤੀ ਸੀ, ਅੱਜ ਤੱਕ 1 ਰੁਪਈਆ ਮੁਆਵਜ਼ਾ ਨਹੀਂ ਦਿੱਤਾ। ਪਿਛਲੀ ਵਾਰ ਸਾਡੇ ਕਿਸਾਨ ਦੇ ਝੋਨੇ ਨੂੰ ਜਿਹੜੀ ਚਾਈਨੀ ਵਾਇਰਸ ਜਿਹਨੂੰ ਚੀਨੀ ਵਾਇਰਸ ਕਹਿ ਦਿੰਦੇ ਆ, ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤੇ ਉਦੋਂ ਵੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਿਹਾ ਸੀ ਕਿ ਮੈਂ ਮੁਆਵਜ਼ਾ ਦਊਂਗਾ। 1 ਰੁਪਈਆ ਉਦੋਂ ਦਾ ਕਿਸੇ ਦੇ ਮੁਆਵਜ਼ਾ ਖਾਤੇ 'ਚ ਨਹੀਂ ਆਇਆ। ਤੇ ਇਸੇ ਤਰ੍ਹਾਂ ਜਦੋਂ ਇਸ ਵਾਰ ਵੀ ਇਹਨਾਂ ਨੇ ਕਿਹਾ ਕਿ ਅਸੀਂ ਨਾਲ ਦੀ ਨਾਲ ਮੁਆਵਜ਼ਾ ਦੇਵਾਂਗੇ, ਮੈਂ ਉਦੋਂ ਵੀ 2-3 ਪ੍ਰਸ਼ਨ ਚੱਕੇ ਸੀ 1-2 ਡਿਬੇਟਾਂ ਤੇ ਕਿ ਗਰਦੌਰੀਆਂ ਹੋਈਆਂ ਨਹੀਂ ਤੁਹਾਡੀਆਂ, ਗਰਦਾਵਰੀਆਂ ਤੋਂ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਦੀਆਂ ਹੋਈਆਂ ਹੀ ਨਹੀਂ। ਉਸ ਤੋਂ ਪਹਿਲਾਂ ਫਿਰ ਬਾਰਿਸ਼ ਦੇ ਕਾਰਨ ਅਸੀਂ ਫਸਲਾਂ ਵੀ ਵੱਢ ਲਈਆਂ, ਫਟਾਫਟ ਕੰਬਾਈਨਾਂ ਨਾਲ ਚੁਕਵਾ ਵੀ ਲਈਆਂ, ਤੇ ਜਦੋਂ ਗਰਦਾਵਰੀਆਂ ਹੀ ਨਹੀਂ ਹੋਈਆਂ ਤੇ ਤੁਸੀਂ ਮੁਆਵਜ਼ਾ ਕਿੱਥੋਂ ਦਿਓਗੇ? ਠੀਕ ਹੈ, ਫਾਜ਼ਿਲਕਾ ਦੇ ਵਿੱਚ ਇੱਕ ਡਰਾਮਾ ਜ਼ਰੂਰ ਕੀਤਾ ਜਿਹੜਾ, ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਸਟੇਜ ਦੇ ਕਲਾਕਾਰ ਹੈ, ਮੈਂ ਸਮਝਦਾ ਅੱਜ ਵੀ ਉਹ ਮੁੱਖ ਮੰਤਰੀ ਆਪਣੇ ਆਪ ਨੂੰ ਘੱਟ ਸਮਝਦੇ ਆ, ਸਟੇਜ ਤੇ ਜ਼ਿਆਦਾ ਸਮਝਦੇ ਆ, ਨਾਟਕਬਾਜ਼ੀ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਅੱਜ ਵੀ ਉਹਨਾਂ ਨੇ ਜਿਹੜੇ ਮੁਆਵਜ਼ੇ ਦੀ ਗੱਲ ਕੀਤੀ ਹੈ, ਕਿਸਾਨਾਂ ਨੂੰ ਕਣਕਾਂ ਦਾ ਮੁਆਵਜ਼ਾ, ਕਿਸੇ ਨੂੰ 1 ਪੈਸਾ ਨਹੀਂ ਮਿਲਿਆ, ਜ਼ਿਆਦਾਤਰ ਕਿਸਾਨਾਂ ਦੀਆਂ ਤੇ ਜਿੱਦਾਂ ਮੈਂ ਕਿਹਾ ਗਰਦਾਵਰੀਆਂ ਵੀ ਨਹੀਂ ਹੋਈਆਂ ਹੈਗੀਆਂ। ਸੋ ਇਹ ਜਿਹੜੀ ਭਗਵੰਤ ਸਿੰਘ ਦੀ ਮਾਨ ਦੀ ਸਰਕਾਰ ਹੈ, ਜਲੰਧਰ ਇਲੈਕਸ਼ਨ ਤੋਂ ਬਾਅਦ ਜਿਸ ਤਰ੍ਹਾਂ ਜਿਹੜਾ ਆ ਨਵਾਂ ਕੇਸ ਅੱਜ ਆਇਆ ਕਿ ਕਿੱਥੇ ਕਿਸਾਨਾਂ ਦੀਆਂ ਪੱਗਾਂ ਲਾਈਆਂ, ਜਿਸ ਤਰ੍ਹਾਂ ਸਾਡੀ ਇੱਕ ਮਾਤਾ ਦੇ ਪੁਲਿਸ ਵਾਲੇ ਪੰਜਾਬ ਪੁਲਿਸ ਚਪੇੜਾ ਮਾਰ ਰਹੀ ਹੈ, ਮੇਰਾ ਖਿਆਲ ਹੈ ਬੜੀ ਸ਼ਰਮਨਾਕ ਗੱਲ ਹੈ। ਇਹਦੇ 'ਚ ਮੈਂ ਇੱਕ ਚੀਜ਼ ਜ਼ਰੂਰ ਦੱਸਣੀ ਚਾਹੂੰਗਾ ਕਿ ਜਿਹੜੇ ਜ਼ਮੀਨ ਅਕਵਾਇਰ, ਕਿਉਂਕਿ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਸ਼ਾਮਲ ਰਿਹਾ, ਜਿਹੜੀਆਂ ਰੋਡ ਸੰਘਰਸ਼ ਕਮੇਟੀਆਂ ਸੀਗੀਆਂ, ਉਹਨਾਂ ਨੂੰ ਮੈਂ ਲਿਜਾ ਕੇ ਕੇਂਦਰੀ ਮੰਤਰੀ ਨਿਤਨ ਗਡਕਰੀ ਜੀ ਨਾਲ ਅਸੀਂ ਮਿਲਵਾਇਆ ਸੀ, ਗਜਿੰਦਰ ਸਿੰਘ ਸ਼ੇਖਾਵਤ ਜੀ ਵੀ ਨਾਲ ਸੀ, ਕਿਉਂਕਿ ਮੁਆਵਜ਼ਿਆਂ ਦੀ ਗੱਲ ਆ ਰਹੀ ਸੀ, ਤੇ ਗਡਕਰੀ ਜੀ ਨੇ ਸਪਸ਼ਟ ਕਿਹਾ ਸੀ ਕਿ ਤੁਸੀਂ ਆਰਬੀਟ੍ਰੇਟਰ ਨਿਯੁਕਤ ਕਰਵਾਓ, ਆਰਬੀਟ੍ਰੇਟਰ ਨਿਯੁਕਤ ਕਰਕੇ ਜੋ ਰੇਟ ਪਾ ਕੇ ਭੇਜਣਗੇ, ਚਾਹੇ ਤੁਸੀਂ 1.5 ਕਰੋੜ ਰੁਪਈਆ ਕਿੱਲੇ ਦਾ ਪਾ ਕੇ ਭੇਜੋ, ਸੈਂਟਰ ਦੀ ਸਰਕਾਰ 1 ਰੁਪਈਏ ਦੀ ਵੀ ਵਿੱਚ ਕਟੌਤੀ ਨਹੀਂ ਕਰੂਗੀ, ਕਿਸਾਨ ਨੂੰ ਪੂਰੇ ਪੈਸੇ ਜੋ ਹੈ ਉੱਥੋਂ ਦਿੱਤੇ ਜਾਣਗੇ। ਪਰ ਪੰਜਾਬ ਦੀ ਜਿਹੜੀ ਸਰਕਾਰ ਹੈ, ਇਹ ਰੇਟ ਤੈਅ ਜਿਹੜੇ ਕਲੈਕਟਰ ਰੇਟ ਜਾਂ ਮਾਰਕੀਟ ਰੇਟ ਦੇ ਹਿਸਾਬ ਨਾਲ ਜੋ ਰੇਟ ਤੈਅ ਕਰਨੇ ਆ, ਉਹ ਸੂਬਾ ਸਰਕਾਰਾਂ ਨੇ ਕਰਨੇ ਹੁੰਦੇ ਆ। ਪੰਜਾਬ ਦੀ ਸਰਕਾਰ ਪਿਛਲੀ, ਜੇ ਮੈਂ ਕਾਂਗਰਸ ਸਰਕਾਰ ਦੀ ਗੱਲ ਕਰਾਂ, ਤੇ 4 ਵਾਰ ਉਹਨਾਂ ਨੇ ਕਲੈਕਟਰ ਰੇਟ ਜਿਹੜੇ ਜ਼ਮੀਨਾਂ ਦੇ ਸੀ ਰਿਵਾਈਜ਼ ਘਟਾਏ ਸੀਗੇ, ਜਿਹਦੇ ਕਰਕੇ ਜ਼ਮੀਨਾਂ ਦਾ ਰੇਟ ਦੇ ਵਿੱਚ ਬਹੁਤ ਜ਼ਿਆਦਾ ਕਲੈਕਟਰ ਰੇਟ 'ਚ ਗ੍ਰਾਫਟ ਆਉਣ ਕਰਕੇ ਉਹ ਰੇਟ ਹੀ ਨਹੀਂ ਬਣ ਪਾ ਰਿਹਾ ਸੀਗਾ। ਸੋ ਇਹ ਸਰਕਾਰ ਨੂੰ ਚਾਹੀਦਾ ਸੀਗਾ ਕਿਸਾਨਾਂ ਨੂੰ ਮੁੱਲ ਦਿਵਾਉਣ ਦੇ ਲਈ, ਉਸ ਤੋਂ ਬਾਅਦ ਕੇਸ ਆਰਬੀਟ੍ਰੇਟਰਾਂ ਦੇ ਰਾਹੀਂ ਬਣਵਾ ਕੇ, ਆਰਬੀਟ੍ਰੇਟਰਾਂ ਨੂੰ ਕਹਿ ਕੇ ਇਸ ਮੁੱਦੇ ਤੇ ਫੇਰ ਆਨੇ ਆਪਾਂ ਤੁਹਾਡੇ ਵੱਲ। ਜਿਹੜਾ ਸੰਦੀਪ ਢਿੱਲੋਂ ਕਿਸਾਨ ਆਗੂ ਦੇ ਤੌਰ ਤੇ ਤੁਹਾਡੇ ਤੋਂ ਵੀ ਸਵਾਲ ਕਿ ਕਿਉਂ ਆਖਰ 'ਚ ਭਗਵੰਤ ਮਾਨ ਦੀ ਗੱਲ ਹੋਵੇ, ਜਿਸ ਤਰੀਕੇ ਦੇ ਨਾਲ ਪਹਿਲਾਂ ਕੇਂਦਰ ਦੀ ਸਰਕਾਰ ਵਿਰੁੱਧ ਤੁਸੀਂ ਵੀ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਲੜਦੇ ਰਹੇ ਹੋ, ਕਿਉਂ ਸਰਕਾਰਾਂ ਦਾ ਨਜ਼ਰੀਆ
ਕਿਸਾਨ ਦੇ ਨਾਲ, ਜਿਹਨੂੰ ਪੰਜਾਬੀ 'ਚ ਆਪਾਂ ਆਖਦੇ ਹਾਂ ਮਤਰੇਈ ਮਾਂ ਵਾਲਾ ਸਲੂਕ? ਹਾਂਜੀ ਬਿਲਕੁਲ ਸਿੱਧੂ ਸਾਹਿਬ, ਜਿੱਦਾਂ ਕਿ ਆਪਾਂ ਸੀਐਮ ਸਾਹਿਬ ਦਾ ਜਦੋਂ ਤੋਂ 24 ਮਾਰਚ ਤੋਂ ਬਾਰਿਸ਼ ਹੋਈ ਸੀਗੀ ਤੇ ਉਦੋਂ ਤੋਂ ਜਿੰਨੇ ਵੀ ਇਹਨਾਂ ਦੇ ਆਪਾਂ ਬਿਆਨ ਸੁਣੇ ਆ, ਚਾਹੇ ਉਹ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਜਿੰਨੇ ਵੀ ਇਹਨਾਂ ਨੇ ਭਾਸ਼ਣ ਦਿੱਤੇ ਆ, ਤਾਂ ਹਮੇਸ਼ਾ ਹੀ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਪਹਿਲਾਂ ਕੋਈ 12,000 ਮਿਲਦਾ ਸੀ ਤੇ ਅਸੀਂ 15,000 ਜਿਹੜਾ ਵੀ ਪਹਿਲਾਂ ਫਸਲ ਮੰਡੀ 'ਚ ਜਾਣ ਤੋਂ ਪਹਿਲਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਤਾ। ਪਰ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਜਿੱਦਾਂ ਬਲਦੇਵ ਜੀ ਨੇ ਦੱਸਿਆ, ਭਾਜਪਾ ਤੋਂ ਜਿਹੜੇ ਸਾਥੀ ਬਿਕਰਮਜੀਤ ਜੀ ਨੇ, ਉਹਨਾਂ ਨੇ ਦੱਸਿਆ ਕਿ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਜਿਹੜਾ ਮੁਆਵਜ਼ਾ ਉਹ ਮਿਲਿਆ। ਮੇਰੇ ਪਿੰਡ ਵੀ ਅਸੀਂ, ਹਾਂਜੀ ਮੇਰੇ ਪਿੰਡ ਵੀ ਰਟੌਰ ਰੋਈ ਦੇ ਵਿੱਚ ਜਦੋਂ ਅਸੀਂ ਮਤਲਬ ਪਟਵਾਰੀ ਸਾਹਿਬ ਨੂੰ ਲੈ ਕੇ ਜਿਹੜਾ ਵੀ ਸਾਡਾ ਰਕਬਾ ਸੀਗਾ ਸਾਰਾ A to Z ਸਾਰਾ ਅਸੀਂ ਦਿਖਾਇਆ ਉਹਨਾਂ ਨੂੰ ਜਾ ਕੇ, ਤੇ ਸਾਰਾ ਇਲਾਕਾ ਸਾਰਾ ਪੰਜਾਬ ਹੀ ਤਕਰੀਬਨ ਪ੍ਰਭਾਵਿਤ ਸੀਗਾ ਇਸ ਗੱਲ ਦੇ ਨਾਲ। ਤੇ ਸਾਡੇ ਪਿੰਡ ਗਰੀਬਾਂ ਦੇ ਜਿਹੜੇ 1-2 ਘਰ ਵੀ ਢਹਿ ਗਏ ਸੀਗੇ ਜਿਹੜੇ ਬਾਰਿਸ਼ ਦੇ ਨਾਲ, ਤੇ ਉਹ ਵੀ ਅਸੀਂ ਬਕਾਇਦਾ ਤੌਰ ਤੇ ਉਹਨਾਂ ਨੂੰ ਜਾ ਕੇ ਦਿਖਾਏ। ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਏਗੀ, ਕੋਈ ਕਿਸੇ ਦੇ ਪੈਸਾ 1 ਰੁਪਈਆ ਵੀ ਨਹੀਂ ਆਇਆ। ਹਾਲਾਂਕਿ ਸੀਐਮ ਸਾਹਿਬ ਜਿਹੜਾ ਉਹ ਹਮੇਸ਼ਾ ਜਿੱਥੇ ਵੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਮੈਂ ਜੀ ਪਹਿਲਾਂ ਦੇਤਾ ਸਾਰਿਆਂ ਨੂੰ ਪੈਸੇ ਜਿਹੜੇ ਲੋਕਾਂ ਦੇ ਖਾਤਿਆਂ ਦੇ ਵਿੱਚ ਆ ਗਏ, ਪਰ ਇਹ ਸਿਰਫ ਕਾਗਜ਼ੀ ਗੱਲਾਂ ਨੇ ਜੀ ਕਾਗਜ਼ੀ ਗੱਲਾਂ। ਸੰਦੀਪ, ਬਿਲਕੁਲ ਮੁੱਖ ਮੰਤਰੀ ਦਾ ਬਿਆਨ ਬੜਾ ਪਪੂਲਰ ਹੋਇਆ ਸੀ ਜਦੋਂ ਕਿਹਾ ਸੀ ਕਿ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਕਣਕ ਖੇਤ 'ਚ ਪੈਸੇ ਕਿਸਾਨ ਦੀ ਜੇਬ 'ਚ। ਚਲੋ ਹੁਣ ਆਪਣਾ ਕਿਸਾਨ ਦੇਖ ਰਹੇ ਹੈ ਕਿ ਕਿੱਥੇ ਗਏ ਉਹ ਪੈਸੇ। ਸੰਦੀਪ, ਇੱਕ ਸਵਾਲ ਮੈਂ ਤੁਹਾਡੇ ਕੋਲੋਂ ਜ਼ੀਰਾ ਮੋਰਚੇ 'ਚ ਜਿਹੜਾ ਚੱਲ ਰਿਹਾ ਅੰਦੋਲਨ ਹੈ ਉਹਦੇ ਬਾਰੇ ਵੀ ਲੈਣਾ ਚਾਹਾਂਗਾ। ਪਿਛਲੇ ਦਿਨਾਂ 'ਚ ਜਿਹੜੀ ਸਰਕਾਰ ਉਹਨੇ ਕਿਸ ਤਰ੍ਹਾਂ ਯੂ ਟਰਨ ਮਾਰੀ। ਪਹਿਲਾਂ ਉਹਨਾਂ ਨੇ ਕਿਹਾ ਕਿ ਫੈਕਟਰੀ ਬੰਦ ਕਰਾਂਗੇ, ਹੁਣ ਉਹਨਾਂ ਨੇ ਕਿਹਾ ਕਿ ਨਹੀਂ ਆਪਣੇ ਆਦੇਸ਼ ਅਸੀਂ ਵਾਪਸ ਲੈ ਲਏ। ਕਿਹੋ ਜਿਹੀ ਸਥਿਤੀ 'ਚ ਹੈ ਇਸ ਵੇਲੇ? ਕਿਉਂਕਿ ਤੁਸੀਂ ਵੀ ਲੰਬੇ ਸਮੇਂ ਤੋਂ ਅੰਦੋਲਨ ਸਿਰਫ ਇਸ ਗੱਲ ਹੀ ਲੜ ਰਹੇ ਹੋ ਕਿ ਕਿਉਂ ਕਿਸਾਨ ਬਰਬਾਦ ਹੋ ਰਿਹਾ ਹੈ ਜ਼ਹਿਰੀਲੇ ਪਾਣੀ ਕਾਰਨ। ਸਿੱਧੂ ਸਾਹਿਬ 10 ਮਹੀਨੇ ਹੋ ਗਏ ਨੇ ਉੱਥੇ ਮੋਰਚਾ ਜਿਹੜਾ ਲੱਗੇ ਹੋਏ ਨੂੰ। ਬੜਾ ਸੰਵੇਦਨਸ਼ੀਲ ਮੁੱਦਾ ਪਾਣੀ ਦਾ ਮੁੱਦਾ ਜਿਹੜਾ ਹੈਗਾ, ਕਈ ਵਾਰ ਆਪਾਂ ਇਸ ਮਸਲੇ ਦੇ ਉੱਪਰ ਗੱਲਬਾਤ ਜਿਹੜੀ ਕਰ ਚੁੱਕੇ ਆ। ਪਹਿਲਾਂ ਸਰਕਾਰ ਇਸ ਚੀਜ਼ ਨੂੰ ਮੰਨਦੀ ਨਹੀਂ ਸੀ ਕਿ ਪਾਣੀ ਗੰਦਾ ਹੋਇਆ, ਪਰ ਜਿਵੇਂ ਜਿਵੇਂ ਲੋਕਾਂ ਦਾ ਦਬਾਅ ਵਧਿਆ ਤੇ ਉਵੇਂ ਫਿਰ ਸਰਕਾਰ ਨੂੰ ਮੰਨਣਾ ਪਿਆ। ਮੀਟਿੰਗ ਤੋਂ ਬਾਅਦ ਫਿਰ ਸੀਐਮ ਸਾਹਿਬ ਨੂੰ ਇਹ ਜਨਵਰੀ ਦੇ ਵਿੱਚ ਫੈਸਲਾ ਲੈਣਾ ਪਿਆ ਕਿ ਵਾਕਈ ਜਿਹੜਾ ਮੈਂ ਮਾਰਾਂ ਤੋਂ ਜਿਹੜੀ ਰਾਇ ਲਈ ਆ ਤੇ ਪਾਣੀ ਜਿਹੜਾ ਇਹ ਦੂਸ਼ਿਤ ਹੋਇਆ ਹੈਗਾ ਤੇ ਫੈਕਟਰੀ ਜਿਹੜੀ ਇਹਨੂੰ ਮੈਂ ਬੰਦ ਕਰਨ ਦਾ ਐਲਾਨ ਕਰਦਾ ਹੈਗਾ। ਪਰ ਜਿਹੜੇ ਹਮੇਸ਼ਾ ਜਿਹੜੀਆਂ ਪਹਿਲੀਆਂ ਵੀ ਸਰਕਾਰਾਂ ਰਹੀਆਂ, ਚਾਹੇ ਜਿਹੜੇ ਲੀਡਰ ਆ, ਉਹ ਆਪਦੀ ਭਰੋਸੇਯੋਗਤਾ ਜਿਹੜੀ ਆ ਲੋਕਾਂ ਦੇ ਉੱਤੇ ਬਣਾ ਨਹੀਂ ਸਕੇ। ਲੋਕਾਂ ਨੂੰ ਪਹਿਲਾਂ ਹੀ ਇਹ ਗੱਲ ਮਤਲਬ ਲੱਗ ਰਹੀ ਸੀ ਕਿ ਇਹ ਜਿਹੜਾ ਕੋਰਟ ਦਾ ਸਹਾਰਾ ਲੈ ਕੇ ਹੀ ਪਹਿਲਾਂ ਜਿਹੜਾ ਇਹ ਫੈਕਟਰੀ ਦੀ ਮਦਦ ਕੀਤੀ ਜਾ ਰਹੀ ਸੀ, ਤੇ ਹੁਣ ਵੀ ਉਹੀ ਚੀਜ਼ ਜਿਹੜੀ ਲੋਕਾਂ ਦੇ ਸਾਹਮਣੇ ਆਊਗੀ। ਇਸੇ ਕਾਰਨ ਦੇ ਕਰਕੇ, ਨਹੀਂ ਤਾਂ ਸੀਐਮ ਜਿਹੜਾ ਸਟੇਟ ਦਾ ਮਾਲਕ ਹੁੰਦਾ, ਜੇ ਉਹ ਛੋਟੀ ਜਿਹੀ ਗੱਲ ਵੀ ਕੋਈ ਕਹਿ ਦੇਵੇ ਤਾਂ ਲੋਕਾਂ ਨੂੰ ਉੱਤੇ ਇਤਬਾਰ ਕਰਨਾ ਪੈਂਦਾ। ਪਰ ਲੋਕ ਉੱਥੇ ਉਹਨਾਂ ਨੇ ਕਿਹਾ ਵੀ ਕੋਈ ਕੈਬਨਿਟ ਦੇ ਵਿੱਚ ਜਿੰਨਾ ਚਿਰ ਇਹ ਪਾਸ ਨਹੀਂ ਹੋ ਜਾਂਦਾਗਾ ਉਹਨਾਂ ਚਿਰ ਅਸੀਂ ਉੱਥੋਂ ਉੱਠਾਂਗੇ ਨਹੀਂ। ਪਰ ਸੀਐਮ ਸਾਹਿਬ ਨੇ ਉਹ ਇੱਕ ਬਿਆਨ ਦੇ ਕੇ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਦੇ ਅਧਿਕਾਰੀ ਨੇ ਕੋਈ ਵੀ ਮਤਲਬ ਉਸ ਗੱਲ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਦੇਣ ਦੇ ਵਿੱਚ ਨਹੀਂ ਆਏ। ਸੋ ਉਦਾਂ ਹੀ ਉਹ ਮੋਰਚਾ ਜਿਹੜਾ ਹੁਣ ਤੱਕ ਚੱਲ ਰਿਹਾ ਸੀ, ਬੜੀ ਸ਼ਿਸ਼ੋਪੰਜ ਵਾਲੀ ਸਥਿਤੀ ਬਣੀ ਵੀ ਹੈ, ਬੜੀ ਸ਼ਿਸ਼ੋਪੰਜ ਵਾਲੀ ਸਥਿਤੀ ਹੈ। ਮੁੱਖ ਮੰਤਰੀ ਨੇ ਕਹਿਤਾ ਕਿ ਫੈਕਟਰੀ ਚੱਲੇਗੀ ਨਹੀਂ, ਹਾਈ ਕੋਰਟ ਦੇ ਵਿੱਚ ਹੋਰ ਹਲਫੀਆ ਬਿਆਨ ਆ ਗਿਆ। ਹੁਣ ਕੀ ਲੱਗਦਾ ਕਿ ਕਿਸਾਨਾਂ ਨੂੰ ਅਜੇ ਅੰਦੋਲਨ ਆਪਣਾ ਜਾਰੀ ਰੱਖਣਾ ਪਏਗਾ ਉੱਥੇ? ਬਿਲਕੁਲ ਜੀ, ਲੋਕਾਂ ਨੂੰ ਤਾਂ ਉਦਾਂ ਹੀ ਅੰਦੋਲਨ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹੜੀਆਂ ਇਹੋ ਜਿਹੇ ਸੰਵੇਦਨਸ਼ੀਲ ਮੁੱਦੇ ਹੁੰਦੇ ਆ ਉਹ ਆਮ ਲੋਕਾਂ ਨੂੰ ਲੜਨੇ ਪੈਂਦੇ ਆ। ਹਾਲਾਂਕਿ ਇਹ ਸਰਕਾਰ ਨੂੰ ਜਿਹੜੇ ਇਹੋ ਜਿਹੇ ਮੁੱਦੇ ਹੈਗੇ ਆ ਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਕਿ ਜੇ ਕਿਤੋਂ ਵੀ ਚਾਹੇ ਕੋਈ ਝੂਠੀ ਵੀ ਇਹੋ ਜਿਹੀ ਅਫਵਾਹ ਆਉਂਦੀ ਆ ਤਾਂ ਉਹਨੂੰ ਕਲੀਅਰ ਸਰਕਾਰ ਨੂੰ ਕਰਨਾ ਇਹ ਜਿਹੜਾ ਉਹਨਾਂ ਦਾ ਮਤਲਬ ਜ਼ਿੰਮੇਵਾਰੀ ਬਣਦੀ ਆ। ਪਰ ਸਾਨੂੰ ਬੜੀ ਮੁਸ਼ਕਲ ਮਤਲਬ ਸਾਨੂੰ ਦੁੱਖ ਨਾਲ ਬੜਾ ਕਹਿਣਾ ਪੈਂਦਾ ਹੈਗਾ ਇਹ ਕਿ ਜਿਹੜੇ ਐਡੇ ਸੰਵੇਦਨਸ਼ੀਲ ਮੁੱਦੇ ਆ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰਨ ਵਾਲੇ, ਉਹਦੇ ਵਾਸਤੇ ਵੀ ਸਾਨੂੰ 1-1 ਸਾਲ 2-2 ਸਾਲ ਧਰਨੇ ਲਾਉਣੇ ਪੈਂਦੇ ਨੇ। ਸੋ ਐਵੇਂ ਜੀ ਇਹ ਗੱਲ ਹੋਈ ਕਿ ਪਹਿਲਾਂ ਲੋਕੀ ਇਹ ਗੱਲ ਕਹਿ ਰਹੇ ਸੀਗੇ ਕਿ ਜਿਹੜਾ ਇਹ ਜਲੰਧਰ ਵਾਲਾ ਇਲੈਕਸ਼ਨ ਹੈਗਾ ਇਹਨੂੰ ਮਤਲਬ ਲੜਨ ਦੇ ਵਾਸਤੇ ਇਹ ਐਲਾਨ ਜਿਹੜਾ ਕੀਤਾ ਗਿਆ ਤੇ ਬਾਅਦ ਦੇ ਵਿੱਚ ਇਹ ਕੋਰਟ ਦਾ ਫੈਸਲਾ ਇਦਾਂ ਹੀ ਆਊਗਾ। ਸੋ ਉਹੀ ਚੀਜ਼ ਉਹ ਸਾਹਮਣੇ ਆ ਗਈ ਹੈ ਜੀ ਹੁਣ। ਬਿਲਕੁਲ ਸਰਕਾਰ ਦੀ ਭਰੋਸੇਯੋਗਤਾ ਦਾ ਸਵਾਲ ਹੈ। ਸੰਦੀਪ, ਤੁਸੀਂ ਬਣੇ ਰਹੋ ਸਾਡੇ ਨਾਲ, ਫਿਰ ਆਵਾਂਗੇ ਇਸੇ ਮੁੱਦੇ ਤੇ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਬਣੇ ਹੋਏ। ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਕਿਉਂ ਆਖਰ ਸਰਕਾਰਾਂ ਦੀ ਇੰਨੀ ਵੱਡੀ ਬੇਭਰੋਸਗੀ ਜਾਂ ਇਸ ਤਰ੍ਹਾਂ ਦੇ ਲਾਰੇ, ਚਾਹੇ ਫਸਲਾਂ ਦੇ ਮੁਆਵਜ਼ੇ ਦੀ ਗੱਲ ਦੇਖੋ, ਕਿਸਾਨ ਕਹਿ ਰਹੇ ਹੈ ਕਿ ਕਿਸੇ ਦੀ ਜੇਬ 'ਚ ਕੋਈ ਪੈਸਾ ਨਹੀਂ ਆਇਆ। ਜ਼ੀਰਾ ਫੈਕਟਰੀ ਵਾਲੇ ਕਹਿ ਰਹੇ ਕਿ ਜੀ ਹੁਣ ਦੁਬਾਰਾ ਫਿਰ ਉਹੀ ਕੁਝ ਹੈ ਜੋ ਪਹਿਲਾਂ ਸੀ। ਇੱਦਾਂ ਹੀ ਜਿਹੜਾ ਉਹਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾਂਦੀਆਂ ਤਾਂ ਉਹਦੇ ਲਈ ਪੱਗਾਂ ਲਾਉਣੀਆਂ ਪੈਂਦੀਆਂ। ਕੋਈ ਹੈ ਇਹੋ ਜਿਹੀ ਸੰਸਥਾ ਜਾਂ ਦੁਨੀਆ 'ਚ ਇਹੋ ਜਿਹੀ ਕਿ ਕੋਈ ਇਸ ਤਰ੍ਹਾਂ ਦਾ ਮਿਸਾਲ ਕਿ ਉਹਨੇ ਆਪਣੀ ਫਸਲ ਵੇਚਣੀ ਹੋਵੇ ਜਾਂ ਆਪਣੀ ਜ਼ਮੀਨ ਵੇਚਣੀ ਹੋਵੇ ਤਾਂ ਉਹਦਾ ਮੁੱਲ ਲੈਣ ਲਈ ਪੱਗਾਂ ਲਾਉਣੀਆਂ ਪੈਣ, ਉਸ ਨੂੰ ਥੱਪੜ ਖਾਣੇ ਪੈਣ ਉਹਨਾਂ ਦੀਆਂ ਔਰਤਾਂ ਨੂੰ? ਸਿੱਧੂ ਸਾਹਿਬ, ਭਾਵੇਂ ਕੇਂਦਰ ਦੇ ਵਿੱਚ ਸੱਤਾ ਦੇ ਜਿਹੜੇ ਮਾਲਕ ਉਹ ਆ, ਭਾਵੇਂ ਸਾਡੇ ਸੂਬੇ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਆ,
ਉਹਨਾਂ ਨੂੰ ਐਵੇਂ ਲੱਗਦਾ ਕਿ ਕਿਸਾਨ ਤੇ ਬਸ ਐਵੇਂ ਹੀ ਹੈ, ਇਹਨਾਂ ਦਾ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਮੈਨੇਜ ਕੀਤਾ ਜਾਏ। ਕੋਈ ਤੇ ਇਹ ਵੀ ਸੋਚਦੇ ਹੋਣਗੇ ਕਿ ਬੜੇ ਭੂਤਰੇ ਆ, ਇਹਨਾਂ ਨੂੰ ਸੂਤਰ ਕੀਤਾ ਜਾਏ। ਜਿਹੜਾ ਪਿੱਛੇ ਜੇ ਭਗਵੰਤ ਮਾਨ ਦਾ ਬਿਆਨ ਆਇਆ ਸੀਗਾ ਉਹ ਸਾਫ਼ ਇਹ ਗੱਲ ਦੱਸ ਰਿਹਾ ਸੀਗਾ ਕਿ ਉਹ ਕਹਿ ਹੀ ਰਹੇ ਸੀਗੇ ਕਿ ਇਹ ਦੇਖੋ ਜੀ ਐਵੇਂ ਜਾਣ-ਬੁੱਝ ਕੇ ਟਿੰਡ 'ਚ ਕਾਨਾ ਪਾ ਛੱਡਦੇ ਆ, ਤੀਏ ਦਿਨ ਰੌਲਾ ਪਾ ਛੱਡਦੇ। ਇਹਨਾਂ ਦੀ ਕੋਈ ਮੰਗ ਹੈ ਜਾਂ ਕੋਈ ਗੱਲ ਹੈ? ਵੈਸੇ ਤਾਂ ਇਹਨਾਂ ਦੀ ਮੰਗ ਅਜੇ ਢਿੱਡ 'ਚ ਹੁੰਦੀ ਹੈ ਤੇ ਅਸੀਂ ਉਦੋਂ ਪਹਿਲਾਂ ਇਹਨਾਂ ਦੀ ਮੰਗ ਨੂੰ ਮੰਨ ਲੈਂਦੇ ਹਾਂ ਜੀ। ਇਹੋ ਜਿਹੀਆਂ ਗੱਲਾਂ ਤੋਂ ਮੈਨੂੰ ਉਦੋਂ ਹੀ ਅੰਦਾਜ਼ਾ ਲੱਗ ਗਿਆ ਕਿ ਜੇ ਚੋਣਾਂ ਦੇ ਦੌਰਾਨ ਹੀ ਇਹੋ ਜਿਹਾ ਕੁਝ ਹੋ ਰਿਹਾ ਤੇ ਇਹਦਾ ਮਤਲਬ ਉਦੋਂ ਬਾਅਦ ਕੀ ਹੋਊਗਾ ਉਹ ਤੁਹਾਡੇ ਸਾਹਮਣੇ ਤੁਹਾਨੂੰ ਪੰਦੇਰ ਸਾਹਿਬ ਉਹਨਾਂ ਨੇ ਜਾਂ ਤੁਸੀਂ ਨਾਲੇ ਜਿਹੜੀਆਂ ਪਿਕਚਰਾਂ ਦਿਖਾ ਰਹੇ ਹੋ ਰਿਹਾ। ਪੰਜਾਬ ਇੱਕ ਇਹੋ ਜਿਹਾ ਸੂਬਾ ਵਾ ਜਿਹੜਾ ਪੂਰੇ ਦੇਸ਼ ਲਈ ਕਈ ਕਾਰਨਾਂ ਕਰਕੇ ਬੜਾ ਅਹਿਮ ਹੈਗਾ। ਬਾਰਡਰ ਦੀ ਸਟੇਟ ਹੈਗੀ ਆ, ਇੱਥੇ ਬਹੁਤ ਜ਼ਿਆਦਾ ਅਨਾਜ ਪੈਦਾ ਹੁੰਦਾ ਆ ਤੇ ਇੱਥੇ ਦੀ ਕਿਸਾਨੀ ਵੀ ਬਹੁਤ ਜ਼ਿਆਦਾ ਇਨਕਲਾਬੀ ਹੈ। ਆਪਾਂ ਦੇਖਦੇ ਹਾਂ ਕਿ ਕਿਵੇਂ ਦਿੱਲੀ ਨੂੰ ਘੇਰ ਕੇ ਇੰਨਾ ਚਿਰ ਰੱਖਿਆ। ਜੇ ਸਾਰੀਆਂ ਗੱਲਾਂ ਨੂੰ ਜੋੜ ਕੇ ਦੇਖੋਗੇ ਤੇ ਤੁਸੀਂ ਫਿਰ ਜਾਣ ਬੁੱਝ ਕੇ ਕੋਈ ਨਵੇਂ ਰਾਜਨੀਤਿਕ ਸੰਕਟ ਦੀ ਬੁਨਿਆਦ ਰੱਖ ਰਹੇ ਹਾਂ। ਇਹ ਭਗਵੰਤ ਮਾਨ ਉਹਨਾਂ ਨੂੰ ਸਮਝ ਲੈਣਾ ਚਾਹੀਦਾ। ਤੁਸੀਂ ਇਹ ਦੇਖੋ ਕਿ ਕਿਸਾਨਾਂ ਦਾ ਉਹਨਾਂ ਨੇ ਜਿਹੜਾ ਇਸ ਵੇਲੇ ਵੀ ਇੰਨੀ ਉਜਾੜਾ ਇੰਨਾ ਸਾਰਾ ਕੁਝ ਜੋ ਹੋਇਆ, ਗੜੇਮਾਰੀ ਹੋਈ, ਹਨੇਰੀ ਆਈ, ਝੱਖੜ ਆਇਆ ਤੇ 46% ਕਣਕ ਦਾ ਭੰਡਾਰਨ ਪੰਜਾਬ ਨੇ ਪੂਰਾ ਕੀਤਾ। ਪਿਛਲੀ ਵਾਰ ਨਾਲੋਂ ਵੀ ਕਣਕ ਮੇਰਾ ਖਿਆਲ ਹੈ ਕਿ 15-20 ਹਜ਼ਾਰ ਮੈਟ੍ਰਿਕ ਲੱਖ 15-20 ਹਜ਼ਾਰ ਲੱਖ ਮੈਟ੍ਰਿਕ ਟਨ ਵੱਧ ਹੋਈ ਹੈ। ਮਤਲਬ ਇਹ ਲੋਕ ਕਿੰਨੇ ਮਿਹਨਤੀ ਹੋਣਗੇ, ਕਿੰਨੇ ਇੱਕ ਆਤਮ ਵਿਸ਼ਵਾਸ ਦੇ ਨਾਲ ਮਿੱਟੀ ਨੂੰ ਪਨਾਏ ਹੋਏ ਲੋਕ। ਮੈਂ ਤੁਹਾਨੂੰ ਟੋਕਣ ਲੱਗਿਆ ਵੀ ਇਹ ਜਰਨਲਿਸਟ ਜਿਹੜਾ ਹੈਗਾ, ਮੈਂ ਇਹ ਰਿਪੋਰਟਾਂ ਕੀਤੀਆਂ ਕਿ ਜਦੋਂ ਵੱਡੀ ਪੱਧਰ ਤੇ ਸੋਕਾ ਪੈਂਦਾ ਸੀ, ਜਿਵੇਂ ਹੁਣ ਵੀ ਮੌਸਮ ਵਿਭਾਗ ਦੀਆਂ ਰਿਪੋਰਟਾਂ ਆ ਰਹੀਆਂ, ਜਦੋਂ ਵੀ ਸੋਕਾ ਪਿਆ ਤਾਂ ਪੰਜਾਬ ਵਾਲਿਆਂ ਨੇ ਅੱਗੇ ਨਾਲੋਂ ਹੀ ਵੱਧ ਪੈਦਾਵਾਰ ਕੀਤੀ। ਚਾਹੇ ਉਹਨਾਂ ਨੇ ਆਪਣੀਆਂ ਔਰਤਾਂ ਦੀ ਟੂਮਾਂ ਵੇਚੀਆਂ, ਚਾਹੇ ਆੜ੍ਹਤੀਆਂ ਕੋਲੋਂ ਪੈਸੇ ਚੁੱਕੇ, ਪਰ ਪੈਦਾਵਾਰ ਦੇ ਮਾਮਲੇ 'ਚ ਕਦੇ ਵੀ ਪੰਜਾਬ ਦੀ ਪਿੱਠ ਨਹੀਂ ਲੱਗਣ ਦਿੱਤੀ ਤੇ ਸਲੂਕ ਉਹਨਾਂ ਨਾਲ ਇਹ ਕੀਤਾ ਜਾ ਰਿਹਾ। ਨਹੀਂ ਬਿਲਕੁਲ। ਫਿਰ ਜੇ ਤੁਸੀਂ ਅਜੇ ਵੀ ਉਹਨਾਂ ਦੇ ਅੰਦੋਲਨਾਂ ਨੂੰ ਜਿਹੜੇ ਕਿ ਉਹ ਮਜਬੂਰਨ ਵਸ ਕਰਦੇ ਆ, ਜੇ ਇਹ ਉਹਦਾ ਇੰਪ੍ਰੈਸ਼ਨ ਦੋਗੇ ਕਿ ਇਹ ਤੇ ਦੇਖੋ ਜੀ ਭੂਤਰੇ ਹੋਏ ਆ, ਇਹ ਤੇ ਐਵੇਂ ਕੋਈ ਨਾ ਕੋਈ ਕਦੀ ਉੱਥੇ ਰੋਕ ਲਿਆ, ਕਦੀ ਇੱਥੇ ਕਰ ਲਿਆ, ਇਹ ਐਟੀਟਿਊਡ ਸੀਗਾ ਚੀਫ ਮਿਨਿਸਟਰ ਸਾਹਿਬ ਦਾ। ਫਿਰ ਉਹ ਕਹਿੰਦੇ ਮੈਂ ਕਿਸਾਨ ਦਾ ਪੁੱਤ ਹਾਂ, ਤੁਸੀਂ ਕਿਸਾਨ ਦੇ ਪੁੱਤ ਆ। ਜੇ ਕੋਈ ਟੀਚਰਾਂ ਦਾ ਮਾਮਲਾ ਆਉਂਦਾ ਮੈਂ ਟੀਚਰ ਦਾ ਪੁੱਤ ਆ। ਭਾਈ ਕਿਸੇ ਦੇ ਵੀ ਪੁੱਤ ਹੋ, ਪਰ ਇਨਸਾਨੀਅਤ ਹੋਣਾ, ਇਨਸਾਨ ਹੋਣਾ, ਕਿਸੇ ਦੇ ਸੰਵੇਦਨਸ਼ੀਲ ਹੋਣਾ, ਲੋਕਾਂ ਦੀਆਂ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝ ਕੇ ਉਹਦਾ ਕੋਈ ਹੱਲ ਕੱਢਣਾ, ਇਹ ਤੁਹਾਡਾ ਫਰਜ਼ ਬਣਦਾ। ਮੈਂ ਦੂਜੀ ਗੱਲ ਇੰਪੋਰਟੈਂਟ ਜਿਹੜੀ ਕੇਂਦਰ ਵਾਲੀ ਵੀ ਮੈਂ ਨਾਲ ਜੋੜਨੀ ਚਾਹੁੰਦਾ, RDF ਕਿਉਂ ਰੋਕਿਆ ਹੋਇਆ ਭਾਈ? ਉਹ 32-3600 ਕਰੋੜ ਰੁਪਈਆ ਬਣਦਾ, ਉਹ ਸਾਡਾ ਆਪਣਾ ਪੈਸਾ ਆ। ਕੇਂਦਰ ਵੱਲੋਂ ਵੀ 3 ਕਾਲੇ ਕਾਨੂੰਨ ਤੇ ਵਾਪਸ ਲੈ ਲਏ ਆ, ਪਰ ਟੇਢੇ ਢੰਗ ਦੇ ਨਾਲ ਸਿੱਧੂ ਸਾਹਿਬ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਲਾਗੂ ਕੀਤਾ ਜਾ ਰਿਹਾ। ਆੜ੍ਹਤੀਆਂ ਦਾ 46 ਰੁਪਈਏ ਕਰ ਦਿੱਤਾ ਪਰ ਕੁਇੰਟਲ ਫਿਕਸ ਕਰਤਾ, ਜਦ ਕਿ 2.5% ਹੁੰਦਾ ਸੀ। 3% ਇਸ ਤਰ੍ਹਾਂ ਮੰਡੀ ਬੋਰਡ ਨੇ ਲੈਣਾ ਹੁੰਦਾ ਸੀ, ਉਹ ਵੀ ਘਟਾ ਦਿੱਤਾ ਆ। ਹੁਣ ਜਿਹੜਾ ਇਹਨਾਂ ਦਾ ਪੈਸਾ ਆਪਣਾ ਹੀ, ਸਾਡੇ ਪੰਜਾਬ ਦਾ ਹੀ ਪੈਸਾ, ਸਾਡਾ ਹੀ ਪੈਸਾ, ਸਾਨੂੰ ਉਹ ਮਿਲਣਾ ਚਾਹੀਦਾ। ਉਹ 3 ਸਾਲਾਂ ਦਾ ਪੈਸਾ ਵਾਧਾ ਹੋ ਗਿਆ। ਚੀਮਾ ਸਾਹਿਬ ਬੈਠੇ ਆ, ਤੁਸੀਂ ਲਿਖ ਕੇ ਦਿਓ ਇੱਥੋਂ ਚੰਡੀਗੜ੍ਹ ਦੇ ਯੂਨਿਟ ਵੱਲੋਂ, ਕਿਸਾਨਾਂ ਵੱਲੋਂ, ਭਾਈ ਸਾਡੇ ਕਿਸਾਨ ਦੁਖੀ ਆ ਤੇ ਇਹ ਪੈਸਾ ਜਿਹੜਾ ਕਿਸਾਨਾਂ ਨੂੰ ਮਿਲਣਾ, ਰੂਰਲ ਡਿਵੈਲਪਮੈਂਟ 'ਚ ਲੱਗਣਾ, ਉਹਨੂੰ ਪੈਸੇ ਨੂੰ ਉੱਥੋਂ ਰਿਲੀਜ਼ ਕੀਤਾ ਜਾਏ। ਜਵਾਬ ਲੈਣੇ ਆ। ਥੈਂਕ ਯੂ ਵੈਰੀ ਮਚ। ਸਾਡੇ ਨਾਲ ਵਿਰਸਾ ਸਿੰਘ ਵਲਟੋਹਾ जुड़े हुए हैं। बटुआ साहब आवाज आ रही है? जी आ रही है जी ਮਿਹਰਬਾਨੀ। ਬਟੂਆ ਸਾਹਿਬ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਅਸੀਂ, ਟੈਕਨੀਕਲ ਵਜ੍ਹਾ ਕਰਕੇ ਤੁਸੀਂ ਥੋੜਾ ਪਛੜ ਕੇ ਸਾਡੇ ਨਾਲ ਜੁਆਇਨ ਕੀਤਾ ਹੈ। ਬਟੂਆ ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ ਕਿ ਆਖਰ ਕਿਉਂ ਸਰਕਾਰਾਂ ਜਿਹੜੀਆਂ ਹੈਗੀਆਂ ਕਿਸਾਨਾਂ ਦੇ ਨਾਲ ਐਡੀ ਵੱਡੀ ਪੱਧਰ ਤੇ ਧੋਖਾ ਕਰਦੀਆਂ, ਲਾਰੇ ਲਾਉਂਦੀਆਂ, ਜਿਸ ਕਦਰ ਚਾਹੇ ਜ਼ਮੀਨਾਂ ਦੀ ਗੱਲ ਕਰ ਲਈਏ, ਚਾਹੇ ਜ਼ੀਰਾ ਫੈਕਟਰੀ ਦੀ ਗੱਲ ਕਰ ਲਈਏ ਜਾਂ ਫਸਲੇ ਦੇ ਖਰਾਬੇ ਦੀ ਗੱਲ ਕਰ ਲਈਏ, ਕਿਉਂ ਕਿਸਾਨਾਂ ਨੂੰ ਕੁੱਟਾਂ ਖਾਣੀਆਂ ਪੈਂਦੀਆਂ, ਲੜਾਈ ਲੜਨੀ ਪੈਂਦੀ ਹੈ। ਜਿੱਦਾਂ ਹੁਣ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ, ਜੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰ ਲਈਏ ਤਾਂ ਕੇਂਦਰ ਦਾ ਵਤੀਰਾ ਵੀ ਕਿਸੇ ਨਾ ਕਿਸੇ ਤਰੀਕੇ ਉਸੇ ਸੂਚੀ 'ਚ ਜਾ ਕੇ ਜੁੜ ਜਾਂਦਾ ਹੈ। ਦੇਖੋ ਸਿੱਧੂ ਸਾਹਿਬ, ਮੋਟੀ ਜੀ ਗੱਲ ਹੈ ਕਿ ਜਿਹੜਾ ਕਿਸਾਨ ਹੈ ਨਾ, ਇਹਦੀ ਜਿੰਨੀ ਵੀ ਮਦਦ ਕੀਤੀ ਜਾ ਸਕੇ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ। ਔਰ ਜਿਸ ਤਰ੍ਹਾਂ ਦੀਆਂ ਗੱਲਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੀਤੀਆਂ, ਜਾਂ ਜਿਸ ਤਰ੍ਹਾਂ ਦੇ ਸਬਜ਼-ਬਾਗ ਕਿਸਾਨੀ ਨੂੰ ਦਿਖਾਏ, ਤੇ ਕਿਸਾਨਾਂ ਨੂੰ ਇੰਝ ਜਾਪਿਆ ਕਿ ਸਾਡਾ ਸਭ ਤੋਂ ਵੱਡਾ ਹਮਦਰਦ ਆ ਗਿਆ। ਕਦੀ ਤੋਂ ਕਹਿੰਦਾ ਸੀਗਾ ਕਿ ਮੈਂ ਟੋਏ 'ਚ ਵੜ ਕੇ ਮੋਟਰ ਦਾ ਬਦਲ ਦਿੰਦਾ ਸੀਗਾ, ਤੇ ਇਹ ਕਦੇ ਇੰਜਣ ਦੀ ਗੱਲ ਕਰਦੇ ਸੀ, ਕਦੇ ਟਰੈਕਟਰ ਦੀ ਗੱਲ ਕਰਦੇ ਸੀ, ਕਦੇ
ਫਸਲ ਕਿਵੇਂ ਬੀਜੀ ਦੀ ਆ, ਕਿਵੇਂ ਪਾਲੀ ਦੀ, ਉਹਦੀਆਂ ਗੱਲਾਂ ਕਰਦੇ ਸੀ। ਇਹ ਮੇਰਾ ਖਿਆਲ ਹੈ ਕਿ ਜਿਹੜਾ ਵੀ ਕਿਸਾਨੀ ਦੇ ਨਾਲ ਪਰਿਵਾਰ ਜੁੜਿਆ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਤੇ ਉਹ ਗੱਲਾਂ ਕਰ ਕਰਕੇ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤੇ ਕਿਸਾਨਾਂ ਦਾ ਸਭ ਤੋਂ ਵੱਡਾ ਹਮਦਰਦ ਹੈ, ਮੈਨੂੰ ਕਿਸਾਨੀ ਕਰਨੀ ਆਉਂਦੀ, ਮੈਂ ਕਿਸਾਨੀ ਚੋਂ ਨਿਕਲ ਕੇ ਗਿਆ। ਚਲੋ, ਪਰ ਮੁੱਕਦੀ ਜੀ ਗੱਲ ਹੈ ਕਿ 1.25 ਸਾਲ ਹੋ ਗਿਆ ਹੈ ਭਗਵੰਤ ਸਿੰਘ ਮਾਨ ਹੋਰਾਂ ਨੂੰ, ਤੇ ਮੇਰਾ ਖਿਆਲ ਹੈ ਕਿ ਸਾਲ ਪਹਿਲੋਂ ਇਹ ਨਰਮੇ ਦੇ ਬੂਟਿਆਂ ਦੇ ਨਾਲ ਬਹਿ ਕੇ ਜਾ ਕੇ ਫੋਟੋਆਂ ਖਿਚਾਉਂਦੇ ਸੀ ਜਦੋਂ ਨਰਮੇ ਦੇ ਉੱਤੇ ਹਮਲਾ ਕੀਤਾ ਸੀਗਾ, ਹਾਂਜੀ, ਬਿਮਾਰੀ ਨੇ, ਤੇ ਅਜੇ ਤੱਕ ਨਰਮੇ ਦਾ ਮੁਆਵਜ਼ਾ ਨਹੀਂ ਆਇਆ। ਪਿਛਲੇ ਸਾਲ ਇਕਰਾਰ ਕੀਤਾ ਸੀਗਾ ਕਿ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਜਾਈ ਕਰਨਗੇ 1500 ਰੁਪਏ ਪਰ ਏਕੜ ਉਹਨਾਂ ਨੂੰ ਦਿੱਤਾ ਜਾਊਗਾ। ਮੇਰੇ ਇਲਾਕੇ 'ਚ ਤੇ ਕਿਸੇ ਨੂੰ ਨਹੀਂ ਮਿਲਿਆ, ਹੋਰ ਕਿਸੇ ਨੂੰ ਮਿਲ ਗਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਤੇ ਮੇਰੇ ਕੋਲ ਜਿੱਥੋਂ ਤੱਕ ਜਾਣਕਾਰੀ ਹੈ ਕਿ ਪੂਰੇ ਪੰਜਾਬ 'ਚ ਕਿਸੇ ਨੂੰ ਚਵਾਨੀ ਨਹੀਂ ਮਿਲੀ। ਪਰ ਬਲਟੋਆ ਸਾਹਿਬ ਤਾਂ ਵੱਡੇ ਇਸ਼ਤਿਹਾਰ ਦੇ ਕੇ ਕਿਹਾ ਸਰਕਾਰ ਨੇ ਕਿ ਅਸੀਂ ਦੇਵਾਂਗੇ, ਪਿਛਲੀ ਵਾਰੀ ਦਿੱਤੇ, ਹੁਣ ਵੀ ਦੇਵਾਂਗੇ, ਇਸ਼ਤਿਹਾਰ ਦਿੱਤੇ, ਗੱਜ ਲੰਮੇ ਇਸ਼ਤਿਹਾਰ ਤਾਂ ਦੇਖੋ ਜੀ, ਇਸ਼ਤਿਹਾਰਾਂ ਦੇ ਵਿੱਚੋਂ ਤਾਂ ਨਹੀਂ ਨਾ ਨਿਕਲਣੀ, ਉਹ ਤਾਂ ਸਰਕਾਰੀ ਖਜ਼ਾਨੇ 'ਚੋਂ ਨਿਕਲਣੀ ਹੈ। ਸਰਕਾਰੀ ਖਜ਼ਾਨੇ 'ਚੋਂ ਇਸ਼ਤਿਹਾਰ ਤੇ ਨਿਕਲ ਸਕਦੇ ਹੈ, ਪਰ ਇਸ਼ਤਿਹਾਰਾਂ ਦੇ ਵਿੱਚੋਂ ਨਿਕਲ ਕੇ ਕਿਸਾਨ ਤੱਕ ਮੁਆਵਜ਼ਾ ਨਹੀਂ ਜਾ ਸਕਦਾ। ਔਰ ਜਿੱਥੋਂ ਤੱਕ ਮੂੰਗੀ ਦੀ ਗੱਲ ਹੈ ਕਿ ਮੂੰਗੀ ਦਾ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ MSP ਦੇਵਾਂਗੇ, MSP ਰੇਟ ਦੇਵਾਂਗੇ, ਜੇ ਕੋਈ ਕਿਸਾਨ ਸਿੱਧੀ ਸੱਜੇ ਖੱਬੇ ਵੇਚਦਾ ਹੈ ਉਹਨੂੰ ਘੱਟ ਰੇਟ ਮਿਲਦਾ ਤੇ ਕੋਲੋਂ ਦੇਵਾਂਗੇ। ਤੁਸੀਂ ਦੱਸ ਦਿਓ ਕਿ ਇਹਦੀ ਪੂਰਤੀ ਕੀਤੀ। ਮੇਰਾ ਖਿਆਲ ਹੈ ਕਿ ਪਤਾ ਨਹੀਂ 10 ਕੇ 15% ਜਿਹੜੀ ਸਾਰੀ ਮੂੰਗੀ ਜਿਹੜੀ ਹੈ MSP ਤੇ ਵਿਕੀ, ਬਾਕੀ ਸਾਰੀ ਮੂੰਗੀ ਜਿਹੜੀ ਹੈ ਕਿਸਾਨਾਂ ਨੂੰ ਸਸਤੇ ਰੇਟ ਤੇ ਸੁੱਟ ਕੇ ਮੰਡੀਆਂ ਦੇ ਵਿੱਚ ਵਾਪਸ ਮੁੜਨਾ ਪਿਆ। ਗੱਲਾਂ ਜ਼ਰੂਰ ਬੜੀਆਂ ਕੀਤੀਆਂ ਗਈਆਂ ਨੇ, ਔਰ ਮੇਰੇ ਤੋਂ ਪਹਿਲਾਂ ਵੀ ਸੱਜਣਾ ਨੇ ਗੱਲਾਂ ਕੀਤੀਆਂ ਨੇ, ਚਾਹੇ ਗੁਲਾਬੀ ਸੁੰਡੀ ਦੀ ਗੱਲ ਕੀਤੀ ਹੈ, ਚਾਹੇ ਲੰਪੀ ਸਕਿਨ ਦੇ ਨਾਲ ਹੋਏ ਨੁਕਸਾਨ ਦੀ ਗੱਲ ਕੀਤੀ ਹੈ, ਚਾਹੇ ਆਪਾਂ ਹੁਣ ਭੌਂਕ ਕੇ ਕਣਕ ਦੇ ਆ ਜਾਈਏ, ਕਣਕ ਜਿਹੜੀ ਗੜੇਮਾਰੀ ਹੋਈ, ਹਨੇਰੀ ਹੋਈ, ਝੱਖੜ ਚੱਲੇ, ਮੀਂਹ ਪਏ, ਜੋ ਨੁਕਸਾਨ ਹੋਇਆ ਉਹਦੀ ਗਰਦੌਰੀ ਦੇ ਆਰਡਰ ਕੀਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ। ਤੇ ਤੁਸੀਂ ਦੇਖੋ ਕਿ ਮੇਰੇ ਪਰਿਵਾਰ ਚੋਂ ਵੀ ਕਈ ਸੰਬੰਧਿਤ ਬੰਦੇ ਉਸ ਗਰਦੌਰੀ ਨਾਲ ਲੱਗੇ ਸੀਗੇ। ਉਹਨਾਂ ਨੇ ਲਗਭਗ ਜਿਹੜਾ ਆ ਨਿਸ਼ਾਨਦੇਹੀ ਕਰ ਲਈ ਕਿ ਕਿੱਥੇ ਕਿੰਨਾ ਨੁਕਸਾਨ ਹੋਇਆ, ਕਿੱਥੇ ਕਿੰਨਾ ਨੁਕਸਾਨ ਹੋਇਆ, ਤੇ ਅਖੀਰ ਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਤੁਸੀਂ ਕਿਤੇ ਵੀ 25% ਤੋਂ ਵੱਧ ਨੁਕਸਾਨ ਨਹੀਂ ਦਿਖਾਉਣਾ। ਗਰਦੌਰੀ ਕਰਤੀ ਤੇ ਨੁਕਸਾਨ 25% ਤੋਂ ਵੱਧ ਨਹੀਂ ਦਿਖਾਉਣਾ, ਕਿਉਂਕਿ 25% ਤੱਕ ਮੁਆਵਜ਼ਾ ਹੈ ਨਹੀਂ। ਹਾਂਜੀ, ਤੁਸੀਂ ਕਿਉਂ ਕਾਗਜ਼ੀ ਕਾਰਵਾਈ ਕਰਦੇ ਜੇ ਤੁਸੀਂ ਗਰਦੌਰੀ ਕਰਵਾ ਰਹੇ, ਗਰਦੌਰੀ ਦਾ ਮਤਲਬ ਹੈ ਕਿ ਮੌਕੇ ਦਾ ਤਸਦੀਕ ਕਰਕੇ ਪਟਵਾਰੀ ਨੇ ਰਿਪੋਰਟ ਕਰਨਾ, ਤੇ ਪਟਵਾਰੀ ਦੀ ਧਮਕ ਤੇ ਤੁਸੀਂ ਨਾਲ ਹੀ ਗੁੱਡਾ ਰੱਖ ਦਿੰਦੇ ਜੇ ਕਿ ਭਾਈ 25% ਤੋਂ ਵੱਧ ਨਹੀਂ ਦੇਣਾ। ਇਹ ਤਾਂ ਮੈਂ ਪਹਿਲੀ ਵਾਰ ਸੁਣਿਆ ਹੈ, ਪਹਿਲੀ ਵਾਰ ਦੇਖਿਆ ਹੈ ਜੀ। ਬਲਟੋਆ ਜੀ ਬਿਲਕੁਲ ਬਲਟੋਆ ਜੀ ਬਿਲਕੁਲ ਜਿਹੜਾ ਵਤੀਰੇ ਦੀ ਗੱਲ ਕਰਦੇ ਤੁਸੀਂ, ਇੱਕ ਸਵਾਲ ਮੈਂ ਜ਼ਰੂਰ ਜਿਹੜਾ ਹੈਗਾ ਅੱਗੇ ਮਹਿਮਾਨਾਂ ਵੱਲ ਜਾਣ ਤੋਂ ਪਹਿਲਾਂ ਜੋ ਪ੍ਰੋਫੈਸਰ ਮਨਜੀਤ ਸਿੰਘ ਨੇ ਉਠਾਇਆ, ਜਿੱਦਾਂ ਪੰਜਾਬ ਦੀ ਗੱਲ ਹੈ, ਇਹਨਾਂ ਦਾ ਕਹਿਣਾ ਕਿ ਕੇਂਦਰ ਵੱਲੋਂ ਵੀ ਹੁਣ RDF ਦੀ ਗੱਲ ਕਰਦੇ ਹਾਂ, ਉਹਦੇ 'ਚ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਪਰ ਕੇਂਦਰ ਵੱਲੋਂ ਪੱਤਰ ਲਿਖਿਆ ਗਿਆ ਕਿ ਪੰਜਾਬ ਦੀਆਂ ਸੜਕਾਂ ਦੀ ਗੱਲ ਹੈ, ਪੇਂਡੂ ਵਿਕਾਸ ਦੀ ਗੱਲ ਹੈ, ਉਹਨਾਂ ਮੁੱਦਿਆਂ ਤੇ ਅਣਦੇਖੀ ਕੇਂਦਰ ਬਾਰੇ ਵੀ ਸਵਾਲ ਉੱਠਦੇ ਆ। ਆਖਿਰ ਕਿਉਂ, ਚਾਹੇ ਕੇਂਦਰ ਹੈ ਜਾਂ ਪੰਜਾਬ ਹੈ, ਕਿਉਂ ਵਤੀਰਾ ਇਸ ਤਰ੍ਹਾਂ ਦਾ? ਦੇਖੋ, ਜਿਹੜਾ RDF ਹੈ ਨਾ ਜੀ, ਇਹ ਪੰਜਾਬ ਦੀ ਰੂਰਲ ਡਿਵੈਲਪਮੈਂਟ ਦੇ ਨਾਲ, ਮਤਲਬ ਜੇ ਆਪਾਂ ਕਹਿ ਲਈਏ ਕਿ ਮਤਲਬ ਇਹਦੇ ਉੱਤੇ ਡਿਪੈਂਡ ਹੈ ਜਿਹੜੀ ਰੂਰਲ ਡਿਵੈਲਪਮੈਂਟ ਹੈ ਜੀ। ਤੇ ਜੇ RDF ਹੀ ਸਰਕਾਰ, ਜਿਹੜੀ ਕੇਂਦਰ ਦੀ ਸਰਕਾਰ ਰੋਕ ਕੇ ਬੈਠ ਜੂਗੀ ਤੇ ਕੁਦਰਤੀ ਹੈ ਕਿ ਸਟੇਟ ਨੂੰ ਦਿੱਕਤ ਆਊਗੀ। ਹਾਂਜੀ, ਸਟੇਟ ਦੇ ਕੰਮ ਰੁਕਣਗੇ, ਰੂਰਲ ਡਿਵੈਲਪਮੈਂਟ ਜਿਹੜੀ ਪੇਂਡੂ ਵਿਕਾਸ ਹੈ ਉਹ ਰੁਕੂਗਾ ਜੀ। ਤੇ ਔਰ ਸਰਕਾਰ ਨੂੰ ਵੀ, ਸਾਡੀ ਸਰਕਾਰ ਨੂੰ ਵੀ ਚਾਹੀਦਾ ਕਿ ਜੇ ਕੋਈ ਕੇਂਦਰ ਦੀ ਸਰਕਾਰ ਅਜਿਹਾ ਕਰਦੀ ਹੈ ਕਿ ਜਿਹੜੀਆਂ ਵਾਰ-ਵਾਰ ਸਾਨੂੰ ਗੱਲ ਕਰਨੀ ਪੈਂਦੀ ਹੈ ਕਿ RDF ਰੋਕ ਕੇ ਇਹ ਪੰਜਾਬ ਦੇ ਨਾਲ ਧੱਕਾ ਹੋ ਰਿਹਾ, ਤੇ ਉਹਨੂੰ ਵੀ ਜਿਹੜਾ ਆ ਸਹੀ ਪਲੇਟਫਾਰਮ ਤੇ ਉਸ ਮਸਲੇ ਨੂੰ ਉਠਾਵੇ ਜਾਂ ਪੰਜਾਬ ਦੇ ਲੋਕਾਂ ਨੂੰ ਦੱਸੇ ਕਿ ਕਿਉਂ ਰੋਕਿਆ ਜਾ ਰਿਹਾ ਹੈ, ਕੀ ਕਮਜ਼ੋਰੀ ਹੈ, ਸਾਡੇ 'ਚ ਕਮਜ਼ੋਰੀ ਹੈ ਜਾਂ ਕੇਂਦਰ ਸਰਕਾਰ 'ਚ ਕਮਜ਼ੋਰੀ ਹੈ। ਤੁਸੀਂ ਇਕੱਲਾ ਬਿਆਨ ਦੇ ਕੇ, ਕੋਈ ਇਕੱਲਾ ਬਿਆਨ ਦੇ ਕੇ ਨਾਲ ਨਹੀਂ ਸਰਦਾ ਹੁੰਦਾ। ਬਿਲਕੁਲ ਠੀਕ, ਮਿਹਰਬਾਨੀ। ਆਪਾਂ ਫੇਰ ਆਵਾਂਗੇ ਤੁਹਾਡੇ ਵੱਲ ਸਵਾਲ ਲੈ ਕੇ। ਭਾਈ ਰੂਪੇ, ਜਿਸ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ, ਦੇਖੋ ਸਾਡੇ ਮਹਿਮਾਨਾਂ ਦੀ ਇਹ ਵੀ ਰਹਿ ਹੈ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਨੂੰ ਸੂਤ ਕੀਤਾ ਜਾਏ। ਹੁਣ ਇਲੈਕਸ਼ਨਾਂ ਦੇ ਲਾਂਘੀਆਂ, ਕਿਉਂ ਥਾਂ ਤੇ ਧਰਨੇ ਦਿੰਦੇ ਆ, ਕਿਉਂ ਥਾਂ ਤੇ ਤੁਸੀਂ ਰੇਲਾਂ ਰੋਕਦੇ ਹੋ, ਜਦੋਂ ਦਿਲ ਕਰਦਾ ਤੰਬੂ ਲਾ ਕੇ ਬੈਠ ਜਾਂਦੇ ਹੋ। ਕਹਿੰਦੇ ਤੁਹਾਡਾ ਕੰਮ ਥੋੜੀ ਹੈ, ਤੇ ਚਰਾਈਆਂ ਵੀ ਕਰਦੇ ਆ ਕਦੇ ਤੁਹਾਨੂੰ, ਤੇ ਕੇਂਦਰ ਦੇ ਵਤੀਰੇ ਨੂੰ ਲੈ ਕੇ ਵੀ ਸਵਾਲ ਉੱਠਦੇ ਆ। ਬਲਦੇਵ ਜੀ ਦੇਖੋ ਸਿੱਧੂ ਸਾਹਿਬ, ਇਹ CM ਦੀ ਜਿਹੜੀ ਹੈਗੀ ਆ ਮਾਨਸਿਕਤਾ, ਉਹ ਅਸੀਂ ਬੁੱਝ ਲਈ ਆ, ਉਹ ਦੇਖ ਲਈ ਆ। ਜਿਹੜਾ ਕਹਿੰਦਾ ਆ
ਕਿ ਕਿਸਾਨ ਜਥੇਬੰਦੀਆਂ ਹੁਣ ਅੱਗੇ ਵਜ੍ਹਾ ਦੇਖਦੀਆਂ ਸੀ, ਜਗ੍ਹਾ ਨਹੀਂ ਦੇਖਦੀਆਂ ਸੀ, ਤੇ ਹੁਣ ਤਾਂ ਇਹ ਬਹਾਨੇ ਭਾਲਦੇ ਆ, ਜਗ੍ਹਾ ਲੱਭਦੇ ਫਿਰਦੇ ਆ ਵੀ ਕਿੱਥੇ ਦਰੀਆਂ ਵਿਛਾਉਣੀਆਂ। ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਭਾਰਤਮਾਲਾ ਤਹਿਤ ਇਹ ਸੜਕਾਂ ਜਿਹੜੀਆਂ NHI ਬਣਾ ਰਹੀਆਂ, ਉਹ ਲੋਕਾਂ ਦੇ ਵਿੱਚ ਐਡਾ ਵੱਡਾ ਕਿਸਾਨਾਂ ਦੇ ਵਿੱਚ ਭੰਬਲ ਭੂਸਾ ਪਾਇਆ ਹੋਇਆ। ਇਹ ਸਰਕਾਰਾਂ ਨੂੰ ਚਾਹੀਦਾ ਸੀ ਕਿ ਜਿਹੜੇ ਇਲਾਕਿਆਂ ਦੇ ਵਿੱਚ ਦੀ ਸੜਕਾਂ ਜਾਂਦੀਆਂ, ਉਹ ਤਾਂ ਵੈਸੇ ਸਾਰੇ ਪੰਜਾਬ ਦੀ ਵੀ ਗੱਲ ਕਰਾਂਗੇ ਅਸੀਂ, ਕਿ ਲੋਕਾਂ ਨੂੰ ਲੜਾਉਣ ਦੀ ਬਜਾਏ ਜਿਹੜੀਆਂ ਉਹਨਾਂ ਦੀਆਂ ਤਕਸੀਮਾਂ ਸੀ ਪਹਿਲਾਂ ਕਰ ਦੇਣੀਆਂ ਚਾਹੀਦੀਆਂ ਸੀ। ਨੰਬਰ 2, ਜਿਹੜੀ ਅਗਲੀ ਗੱਲ ਆ, ਇਹ ਫੇਰ ਸਾਨੂੰ ਪਾੜੇ ਵਿੱਚ ਕਿਸੇ ਇਲਾਕੇ ਦੇ ਵਿੱਚ 50 ਲੱਖ ਆ, ਕਿਸੇ ਇਲਾਕੇ ਦੇ ਵਿੱਚ 70 ਲੱਖ ਆ, ਕਿਸੇ ਤੇ 60 ਲੱਖ ਆ, ਕਿਤੇ ਕਰੋੜ ਆ। ਪੰਜਾਬ ਦੀ ਜ਼ਮੀਨ ਆ ਜਿਹੜੀ ਲਗਭਗ ਹੁਣ ਇੱਕੋ ਜੀ ਪੰਜਾਬ ਦੇ ਕਿਸਾਨਾਂ ਨੇ ਮਿਹਨਤ ਕਰਕੇ ਬਣਾਈ ਹੋਈ ਆ, ਉਹਦੇ 'ਚ ਐਡਾ ਵੱਡਾ ਪਾੜਾ ਕਿਉਂ ਰੱਖਿਆ ਹੋਇਆ? ਉਦੋਂ ਅਗਲੀ ਗੱਲ ਆ ਜਿਹੜੀ, ਇਹ ਥੱਲੇ ਦੀ ਪਾਣੀ ਦੇ ਨਿਕਾਸ ਦੇਣੇ, ਰਸਤੇ ਦੇਣੇ, ਜਿਹੜੇ ਪਹਿਲਾਂ ਦੇ ਕੋਠੇ ਵਗੈਰਾ ਬੋਰ ਵਗੈਰਾ ਪਾਏ ਹੋਏ ਆ, ਜੋ ਦਰਖਤ ਵਗੈਰਾ ਖੇਤਾਂ ਦੇ ਵਿੱਚ ਫਲਦਾਰ ਖੜਿਆ, ਕਹਿੰਦੇ ਦੂਜਿਆਂ ਦਾ ਤਾਂ ਦੇਣਾ ਹੀ ਕੁਛ ਨਹੀਂ ਅਸੀਂ। ਉਹਨਾਂ ਵਾਸਤੇ ਵੀ ਜਿਹੜੇ ਹੈਗੀ ਆ ਟਾਲ ਮਟੋਲ ਵਾਲੀ ਨੀਤੀ ਆ। ਮੈਂ ਥੋੜੀ ਜਿਹੀ ਹੋਰ ਅੱਗੇ ਗੱਲ ਕਰਨਾ। ਚਲੋ ਅੱਜ ਦਾ ਮੁੱਦਾ ਨਹੀਂ ਹੈ, ਅੱਜ ਦਾ ਮੁੱਦਾ ਨਹੀਂ। ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਜਿੱਥੇ ਫਲਦਾਰ ਪੌਦਿਆਂ ਦੇ ਬੂਟਿਆਂ ਦੇ ਜਿਹੜੇ ਪੈਸੇ ਦੇਣੇ ਹੁੰਦੇ ਨਾ, ਉਹ ਬਗੈਰ ਫਲਾਂ ਦੇ ਬੂਟਿਆਂ ਦੇ ਸੁਪਨਿਆਂ 'ਚ ਹੀ ਬਾਗ ਉੱਗ ਖੜਦੇ ਆ ਔਰ ਉਹਦੇ ਮੁਆਵਜ਼ੇ ਵੀ ਮਿਲ ਜਾਂਦੇ ਆ, ਬਾਅਦ 'ਚ ਇਨਕੁਆਇਰੀਆਂ ਹੁੰਦੀਆਂ। ਚਲੋ ਸਾਡਾ ਅੱਜ ਦਾ ਮੁੱਦਾ ਨਹੀਂ ਹੈ, ਜਿੱਥੇ ਬਾਗ ਲੱਗੇ ਉੱਥੇ ਤਾਂ ਦਿਓ ਨਾ। ਦੇਖੋ ਜੀ, ਮੁੱਦਾ ਭਾਵੇਂ ਨਹੀਂ, ਜਿਹੜੇ ਸਾਡੇ ਖੇਤਾਂ ਦੇ ਵਿੱਚ ਕਿਸਾਨਾਂ ਨੇ ਆਪਣੇ ਵਾਸਤੇ ਫਲਦਾਰ ਬੂਟੇ ਲਾਏ ਹੋਏ ਨੇ ਬਹੁਤ ਸਾਰੇ ਆ। ਤੁਸੀਂ ਹੁਣ ਖੇਤਾਂ 'ਚ ਗੇੜੇ ਵੀ ਮਰਾ ਦਾਂਗੇ, ਜਾਮਣਾਂ ਗੀਆਂ, ਬੇਲਾਂ ਨੇ, ਅੰਗੂਰਾਂ ਦੀਆਂ, ਅਮਰੂਦ ਨੇ, ਬਹੁਤ ਸਾਰੇ ਬੂਟੇ ਲੱਗੇ ਹੋਏ ਆ। ਬਿਲਕੁਲ ਸਹੀ ਕਹਿ ਰਹੇ ਹੋ ਬਲਦੇਵ ਜੀ। ਮੈਂ ਕਹਿ ਰਿਹਾ ਕਿ ਕੋਈ ਜਾਲੀ ਨਹੀਂ ਮੰਗ ਰਹੇ, ਕਿਸਾਨ ਸਹੀ ਮੰਗ ਕਰ ਰਹੇ ਹੈ, ਕੋਈ ਜਾਲੀ ਸੁਪਨੇ ਦਿਖਾ ਕੇ ਨਹੀਂ ਲੈ ਰਹੇ ਪੈਸੇ। ਨਹੀਂ, ਚਾਹੇ ਵੀ ਕਿਸੇ ਦਾ ਵਿਆਹ ਸੀਗਾ ਤੇ ਉਹਨਾਂ ਦਾ ਦੋਸਤ ਸੀਗਾ ਨੰਬਰਦਾਰ, ਤੇ ਉਹ ਬੈਠਾ ਪਾਸੇ ਕਰੀ ਜਾਵੇ, ਮੁੰਡਿਓ ਖਾਣ ਮੰਨਿਓ ਪਰ ਮੈਥੋਂ ਕੋਈ ਪੈਸਾ ਨਾ ਮੰਗਿਓ। ਉਹ ਗੱਲ ਹੁਣ ਪੰਜਾਬ ਸਰਕਾਰ ਦੀ ਆ। ਇਹ ਜਿਹੜੇ ਮਰਜ਼ੀ ਜਿੰਨੇ ਬਿਆਨ ਮਰਜ਼ੀ ਵੱਡੇ ਵੱਡੇ ਦਵਾ ਦਿਓ ਵੀ ਆਹ ਵੀ ਦੇ ਦਿਆਂਗੇ, ਉਹ ਵੀ ਦੇ ਦਿਆਂਗੇ, ਇਹ ਵੀ ਦੇ ਦਿਆਂਗੇ, ਜਦੋਂ ਦੇਣ ਦੀ ਗੱਲ ਆਉਂਦੀ ਆ ਉਦੋਂ ਫਿਰ ਉਹੀ ਆ ਜਿਹੜਾ ਖਾਲੀ ਇਹ ਵਾਲੀ ਗੱਲ ਆ। ਹੁਣ ਜਿਹੜੇ ਕਣਕ ਦੇ ਮੁਆਵਜ਼ੇ ਵਾਲੀ ਗੱਲ ਆ, ਮੈਂ ਤੁਹਾਨੂੰ ਪਹਿਲੇ ਦੱਸ ਕੇ ਹਟਿਆ ਕਿ ਅੱਜ ਰਿਪੋਰਟ ਆਈ ਆ ਜ਼ਮੀਨਾਂ ਵਾਹਤੀਆਂ, ਹਜੇ ਕਹਿੰਦੇ ਅਸੀਂ 50% ਜਿਹੜੀਆਂ ਹੈਗੀਆਂ ਗਰਦਾਵਰੀਆਂ ਹੈਗੀਆਂ ਉਹ ਕਰੀਆਂ ਤੇ ਬਾਕੀ ਹਜੇ ਰਹਿੰਦੀਆਂ ਹਨ। ਬਾਕੀ ਜਿਹੜੀਆਂ 50% ਆ ਉਹਨਾਂ ਦਾ ਕਿੱਥੋਂ ਕੀ ਦੇਖਣਗੇ ਉਹਦਾ ਹੁਣ ਇਹ। ਤੋ ਇਸ ਕਰਕੇ ਜਿਹੜਾ ਹੈਗਾ ਇਹਨੂੰ ਲੰਮਾ ਕਰਨਾ ਚਾਹੁੰਦੇ ਆ, ਦੇਣਾ ਨਹੀਂ ਚਾਹੁੰਦੇ ਕਿਸਾਨਾਂ ਨੂੰ ਕੁਛ। ਕਿਸਾਨਾਂ ਦੇ ਇਹ ਸਾਰੀਆਂ ਸਰਕਾਰਾਂ, ਮੈਂ ਇਹ ਨਹੀਂ ਕਹਿੰਦਾ ਵੀ ਇਹ ਪਿਛਲੀਆਂ ਸਰਕਾਰਾਂ ਨੇ ਵੀ ਐਂ ਕੀਤਾ, ਐਂ ਜ਼ਮੀਨਾਂ ਅਕਵਾਇਰ ਕੀਤੀਆਂ। ਟਰਾਈਡੈਂਟ ਵਾਲੀ ਬਰਨਾਲੇ ਦੇ ਵਿੱਚ ਕਰ ਲਈ, ਗੋਬਿੰਦਪੁਰੇ ਵਾਲੀ ਮਾਨਸਾ ਦੇ ਵਿੱਚ ਕਰ ਲਈ, ਉਦੋਂ ਵੀ ਸਾਡੀਆਂ ਪੱਗਾਂ ਲਈਆਂ, ਉਦੋਂ ਵੀ ਸਾਡੇ ਡੰਡੇ ਪਏ। ਥੈਂਕ ਯੂ ਬਲਦੇਵ ਜੀ, ਥੈਂਕ ਯੂ ਵੈਰੀ ਮਚ। ਆਪਾਂ ਬਾਕੀ ਮਹਿਮਾਨਾਂ ਦੀ ਰਾਏ ਵੀ ਲੈ ਲਈਏ, ਬਹੁਤ ਮਿਹਰਬਾਨੀ। ਤੁਹਾਡਾ ਵੀ ਪੁਆਇੰਟ ਆ ਗਿਆ। ਸੰਦੀਪ, ਸੰਖੇਪ ਦੇ ਵਿੱਚ ਸਵਾਲ ਇਸ ਮੁੱਦੇ ਤੇ ਮੈਂ ਲੈਣਾ ਚਾਹਾਂਗਾ। ਜੋ ਸਥਿਤੀਆਂ ਇਸ ਵੇਲੇ ਬਣੀਆਂ, ਕੀ ਲੱਗਦਾ ਕਿ ਕਿਸਾਨੀ ਨੂੰ ਮੁੜ ਕੇ ਅੰਦੋਲਨ ਦਾ ਰਾਹ ਅਪਣਾਉਣਾ ਪਏਗਾ? ਗੁਰਦਾਸਪੁਰ ਦੇ ਬਾਰੇ ਤਾਂ ਦੱਸ ਹੀ ਰਹੇ ਸੀ ਪੰਦੇਰ ਸਾਹਿਬ, ਕਿਸ ਤਰੀਕੇ ਨਾਲ ਪੱਗਾਂ ਲੱਥੀਆਂ, ਔਰਤਾਂ ਦੇ ਵੀ ਥੱਪੜ ਵੱਜੇ ਹੈ, ਪਰ ਇਹਦੇ ਨਾਲ ਵੀ ਮਾਮਲਾ ਤਾਂ ਸੁਲਝਦਾ ਨਜ਼ਰ ਨਹੀਂ ਆ ਰਿਹਾ। ਚਾਹੇ ਆਪਾਂ ਮੁਆਵਜ਼ੇ ਦੀ ਗੱਲ ਕਰਦੇ ਹਾਂ, ਜ਼ਮੀਨਾਂ ਦੇ ਪੈਸੇ ਦੀ ਗੱਲ ਕਰਦੇ ਹਾਂ, ਜ਼ੀਰਾ ਫੈਕਟਰੀ, ਕੀ ਲੱਗਦਾ ਕਿਸਾਨੀ ਨੂੰ ਲੜਾਈ ਲੜਨੀ ਪਏਗੀ? ਬਿਲਕੁਲ ਸਿੱਧੂ ਸਾਹਿਬ, ਜਿਹੜਾ ਥੋੜੇ ਦਿਨ ਪਹਿਲਾਂ CM ਸਾਹਿਬ ਦਾ ਬਿਆਨ ਆਇਆ ਸੀ, ਜਿੱਦਾਂ ਬਲਦੇਵ ਜੀ ਨੇ ਗੱਲ ਕੀਤੀ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਵਜ੍ਹਾ ਨਹੀਂ ਜਗ੍ਹਾ ਦੇਖਦੀਆਂ ਨੇ, ਉਹ ਮਤਲਬ ਬੜਾ ਹਾਸੋਹੀਣੀ ਜੀ ਗੱਲ ਸੀਗੀ ਕਿ CM ਸਾਹਿਬ ਨੇ ਉਹ ਮੁੱਦਾ ਉਠਾਇਆ ਹੈਗਾ। ਤੇ ਖਾਸ ਕਰਕੇ ਜਿਹੜੀ ਸਾਡੀ ਜੀਰੇ ਵਾਲੀ ਫੈਕਟਰੀ ਆ, ਇਹਦਾ ਇੱਕ ਤਾਨਾ ਜਿਹੜਾ ਲੋਕਾਂ ਨੂੰ ਦਿੱਤਾ ਸੀਗਾ ਕਿ ਤੁਸੀਂ ਉਹਦੇ ਫੈਕਟਰੀ ਦੇ ਅੱਗੇ ਤਾਂ ਬੈਠ ਕੇ, ਮਤਲਬ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿਆਂ ਕਿ CM ਸਾਹਿਬ ਜਿਹੜੀ ਫੈਕਟਰੀ ਦੇ ਹੱਕ ਦੀ ਗੱਲ ਕਰ ਰਹੇ ਸੀ ਵੀ ਤੁਸੀਂ ਨਜਾਇਜ਼ ਉਹ ਫੈਕਟਰੀ ਦੇ ਅੱਗੇ ਬੈਠੇ ਹੋ। ਪਰ ਆਮ ਲੋਕ ਜਿਹੜੇ ਨੇ, ਪਿੰਡਾਂ ਦੇ ਆਮ ਲੋਕ ਨੇ ਜਿਹੜੇ, ਉਹ ਪਾਣੀ ਬਚਾਉਣ ਦੀ ਗੱਲ ਕਰ ਰਹੇ ਨੇ। ਤੇ ਜਿਹੜੀ ਸਰਕਾਰਾਂ ਨੇ ਜਿਨ੍ਹਾਂ ਦਾ ਜੁੰਮਾ ਹੁੰਦਾ ਹੈ ਇਹ ਸਾਰੇ ਜਿਹੜੇ ਮਸਲੇ ਇਹਨਾਂ ਨੂੰ ਸੁਲਝਾਉਣਾ, ਉਹ ਮਤਲਬ CM ਸਾਹਿਬ ਐਡੇ ਵੱਡੀ ਸ਼ਖਸੀਅਤ ਜਿਹੜੀ ਆ ਉਹ ਲੋਕਾਂ ਨੂੰ ਮਖੌਲ ਇਸ ਗੱਲ ਤੇ ਕਰ ਰਹੇ ਨੇ। ਤੇ ਹੁਣ ਆ ਜਿੰਨੇ ਵੀ ਮੁੱਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ, ਚਾਹੇ ਉਹ ਕਣਕ ਦੇ ਮੁਆਵਜ਼ੇ ਦੀ ਗੱਲ ਹੋਵੇ, ਚਾਹੇ ਆ ਜ਼ਮੀਨਾਂ ਦਾ ਜਿਹੜੀ ਪੈਸੇ ਜਿਹੜੇ ਪ੍ਰੋਪਰ ਪੂਰੇ ਨਹੀਂ ਮਿਲ ਰਹੇ, ਚਾਹੇ ਜੀਰੇ ਵਾਲਾ ਫੈਕਟਰੀ ਵਾਲਾ ਮੁੱਦਾ ਹੋਵੇ ਕਿ ਕਿਸਾਨਾਂ ਨੇ ਕਦੋਂ ਦਾ ਇਹ ਮੁੱਦਾ ਉਠਾਇਆ ਹੋਇਆ ਕਿ ਸਾਡੇ ਇਲਾਕੇ ਦਾ ਜਿਹੜਾ ਪਾਣੀ ਆ ਉਹ ਬਰਬਾਦ ਕਰਤਾ ਇਸ ਫੈਕਟਰੀ ਨੇ। ਤੇ ਉਹ ਫਿਰ ਨੈਚੁਰਲੀ ਗੱਲ ਆ ਕਿ ਜਦੋਂ ਇਹੋ ਜਿਹੀਆਂ ਸਰਕਾਰਾਂ ਇਹਨਾਂ ਗੱਲਾਂ ਦੇ ਵੱਲ ਧਿਆਨ ਨਾ ਦੇਣਗੀਆਂ ਤੇ ਫਿਰ ਸਾਨੂੰ ਅਖੀਰਲਾ ਹਥਿਆਰ ਤਾਂ ਜਿਹੜਾ ਉਹ ਧਰਨੇ ਜਾਂ ਮੁਜ਼ਾਹਰੇ ਜਿਹੜੇ ਆ ਉਹੀ ਹੁੰਦੇ ਨੇ। ਫਿਰ ਲੋਕਾਂ ਨੂੰ ਸੜਕਾਂ ਤੇ ਆਉਣਾ ਪਊਗਾ, ਇਹ ਨੈਚੁਰਲੀ ਗੱਲ ਆ ਜੀ। ਥੈਂਕ ਯੂ ਸੰਦੀਪ।
ਚੀਮਾ ਸਾਹਿਬ ਇਸੇ ਮਾਮਲੇ ਤੇ ਜਿਸ ਮਾਮਲੇ ਤੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਵੀ ਇਹ ਸਵਾਲ ਲਿਆ ਹੈ ਕਿ ਆਖਰ ਜਦੋਂ ਆਪਾਂ ਗੱਲ ਕਰਦੇ ਹਾਂ ਭਗਵੰਤ ਮਾਨ ਸਰਕਾਰ ਦੀ ਜੋ ਪ੍ਰਸਥਿਤੀਆਂ ਇਸ ਵੇਲੇ ਜਿਸ ਤਰ੍ਹਾਂ ਦਾ ਵਤੀਰਾ ਹੈ, ਕਿਸਾਨ ਆਗੂਆਂ ਨੇ ਵੀ ਤੁਹਾਡੇ ਸਾਹਮਣੇ ਗੱਲ ਕੀਤੀ ਹੈ, ਬਲਟੋਹਾ ਜੀ ਨੇ ਵੀ ਗੱਲ ਕੀਤੀ ਹੈ, ਪਰ ਕੇਂਦਰ ਦੇ ਬਾਰੇ ਵੀ ਇਹ ਸਵਾਲ ਉੱਠਿਆ ਕਿ ਕਿਉਂ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ ਕਿ ਕਿਉਂ ਨਹੀਂ ਕੇਂਦਰ ਕੋਲੇ ਭਾਜਪਾ ਜਾ ਕੇ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਦੀ ਕਿ ਆਖਰ ਪੰਜਾਬ ਦੇ ਵਿਕਾਸ ਦੀ ਗੱਲ ਹੈ ਔਰ ਤੁਰ ਪੇਂਡੂ ਜਿਹੜਾ ਇਲਾਕਾ ਹੈਗਾ ਜਿਹਨੂੰ ਆਪਾਂ ਅਸਲ ਪੰਜਾਬ ਕਹਿੰਦੇ ਹਾਂ ਉਸ ਦੇ ਵਿਕਾਸ ਤੇ ਉਸ ਨੂੰ ਬਚਾਉਣ ਦੀ ਗੱਲ ਹੈ, ਕਿਉਂ ਉਹਦੇ ਫੰਡਾਂ ਦੀ ਮੁੱਠੀ ਘੁੱਟ ਕੇ ਉਹਨਾਂ ਨੂੰ ਕਿਉਂ ਬਰਬਾਦ ਕਰਨ ਵਾਲੇ ਪਾਸੇ ਵੱਲ ਨੂੰ ਇਹ ਗੱਲ ਤੁਰੀ ਜਾ ਰਹੀ ਹੈ ਔਰ ਲਗਾਤਾਰ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਕੇਂਦਰ ਦੀ ਵਜ੍ਹਾ ਕਰਕੇ ਸਾਰਾ ਕੁਝ ਹੋ ਰਿਹਾ ਹੈ। ਸਿੱਧੂ ਸਾਹਿਬ ਤੁਹਾਡਾ ਸਵਾਲ ਬੜਾ ਅੱਛਾ ਹੈ ਕਿਉਂਕਿ ਕੇਂਦਰ ਤੇ ਜਿੱਦਾਂ ਸਵਾਲ ਚੁੱਕੇ ਆ, ਕੇਂਦਰ ਨੇ ਹੱਥ ਕਦੇ ਵੀ ਨਹੀਂ ਘੁੱਟਿਆ ਜੀ। ਫਸਲਾਂ ਦੀ ਖਰੀਦ ਦਾ ਇੱਕ ਇੱਕ ਪੈਸਾ ਜਿਹੜਾ ਪ੍ਰੋਕਿਉਰਮੈਂਟ ਜਿੰਨੀ ਵੀ ਕੀਤੀ ਜਾਂਦੀ ਹੈ ਕੇਂਦਰ ਵੱਲੋਂ ਕੀਤੀ ਜਾਂਦੀ ਹੈ ਔਰ ਜਿਹੜੀ ਲਿਮਟ ਹੈ ਸੀਸੀ ਲਿਮਟ ਕਣਕ ਦੀ ਲਿਮਟ ਵੀ ਸਰਕਾਰ ਨੇ ਪਹਿਲਾਂ ਹੀ ਜਾਰੀ ਕਰਤੀ ਸੀ ਖਰੀਦ ਤੋਂ 1 ਮਹੀਨਾ ਪਹਿਲਾਂ, ਸਾਰਿਆਂ ਨੂੰ ਪਤਾ ਹੈ। ਪਰ ਸਾਡੇ ਕਿਸਾਨਾਂ ਦੀਆਂ ਅੱਜ ਤੱਕ ਪੇਮੈਂਟਾਂ ਨਹੀਂ ਹੋ ਰਹੀਆਂ। ਉਹ ਪੇਮੈਂਟਾਂ ਰੋਕ ਕੌਣ ਰਿਹਾ? ਕਿਹਦੀ ਨਲਾਇਕੀ ਕਰਕੇ ਪੇਮੈਂਟਾਂ ਨਹੀਂ ਹੋ ਰਹੀਆਂ? ਕਿਉਂ ਮੰਡੀਆਂ ਦੇ ਵਿੱਚੋਂ ਲਿਫਟਿੰਗ ਨਹੀਂ ਹੋ ਰਹੀ? ਇਹ ਸਾਰੀਆਂ ਚੀਜ਼ਾਂ ਜੇ ਉਸ ਤੋਂ ਬਾਅਦ ਜੇ ਤੁਸੀਂ ਦੂਜੀ ਗੱਲ ਕਰੋ ਕੇਂਦਰ ਤੇ ਮੈਂ ਹੱਥ ਘੁੱਟਣ ਦੀ ਇਹ ਵਿਸ਼ਾ ਨਹੀਂ ਵੈਸੇ ਅੱਜ ਦਾ ਵਿਸ਼ਾ ਹੋਰ ਸੀ, ਪਰ ਤੁਸੀਂ ਗੱਲ ਕੀਤੀ ਹੈ ਤੇ ਮੈਂ ਤੇ ਸਥਿਤੀ ਕਲੀਅਰ ਕਰਨੀ ਚਾਹੁੰਦਾ। ਜਿਹੜੀ ਖਾਦ ਜਿਹੜੀ ਸਾਡੇ ਕਿਸਾਨ ਬਹੁਤ ਵੱਡੀ ਮਾਤਰਾ 'ਚ ਅਸੀਂ ਯੂਜ਼ ਕਰਦੇ ਹਾਂ ਫਸਲਾਂ ਦੇ ਲਈ 1,06,000 ਕਰੋੜ ਦੀ ਜਿਹੜੀ ਨੈਕਸਟ ਇਸ ਸਾਲ ਦੀ ਸਬਸਿਡੀ ਆਉਣ ਵਾਲੇ ਦਿਨਾਂ 'ਚ ਅਸੀਂ ਖਾਦ ਵਰਤਣੀ ਹੈ ਕੇਂਦਰ ਵੱਲੋਂ ਉਹ ਵੀ ਜਾਰੀ ਕਰਤੀ ਗਈ ਹੈ ਕਿ ਖਾਦਾਂ ਦਾ ਰੇਟ ਨਹੀਂ ਵਧੂਗਾ, ਜਦ ਕਿ ਇੰਟਰਨੈਸ਼ਨਲ ਮਾਰਕੀਟ 'ਚ ਖਾਦਾਂ ਦੇ ਵਿੱਚ ਜਿਹੜੇ ਬਣਾਉਣ ਵਾਲੇ ਚੀਜ਼ਾਂ ਨਾ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਵਧੇ ਹੈ। ਪਰ ਕੇਂਦਰ ਵੱਲੋਂ ਕਿਹਾ ਕਿਸਾਨ ਨੂੰ ਖਾਦ ਜਿਹੜੀ ਉਸੇ ਰੇਟ ਤੇ ਮਿਲਣੀ ਚਾਹੀਦੀ ਹੈ। 1,06,000 ਕਰੋੜ ਦੀ ਸਬਸਿਡੀ ਕੇਂਦਰ ਨੇ ਉਹ ਵੀ ਜਾਰੀ ਕਰਤੀ। ਜਿਹੜੀ ਤੁਸੀਂ RDF ਦੀ ਗੱਲ ਕਰ ਰਹੇ ਹੋ ਚੰਗੀ ਗੱਲ ਹੈ, RDF ਸਾਡਾ ਉਹਦੇ ਨਾਲ ਡਿਵੈਲਪਮੈਂਟ ਹੋਣੀ ਹੈ, ਪਰ ਡਿਵੈਲਪਮੈਂਟ ਹੋਣੀ ਕਿੱਥੇ ਹੈ? ਡਿਵੈਲਪਮੈਂਟ ਉਹਦੇ ਨਾਲ ਹੋਣੀ ਆ ਮੰਡੀਆਂ ਦੇ ਢਾਂਚੇ ਦੀ, ਮੰਡੀਆਂ ਦੇ ਵਿੱਚ ਸ਼ੈੱਡ ਬਣਾਉਣ ਦੀ, ਜਾਂ ਜਿਹੜੀਆਂ ਪੇਂਡੂ ਸੜਕਾਂ ਉਹਦੇ 'ਚ ਆਉਂਦੀਆਂ ਮੰਡੀਕਰਨ ਬੋਰਡ ਦੇ ਅੰਡਰ ਉਹਨਾਂ ਦੀ ਹੋਣੀ ਹੁੰਦੀ ਹੈ। ਪਰ ਪੰਜਾਬ ਦੀਆਂ ਸਰਕਾਰਾਂ ਤੁਹਾਨੂੰ ਯਾਦ ਹੋਊ ਕਾਂਗਰਸ ਦੀ ਸਰਕਾਰ ਸਮੇਂ ਵੀ ਕੇਂਦਰ ਨੇ RDF ਰੋਕਿਆ ਸੀ। ਕਿਉਂ ਰੋਕਿਆ ਸੀ? ਕਿ RDF ਨੂੰ ਚੁੱਕ ਕੇ ਕਿਸੇ ਹੋਰ ਹੈਡਾਂ 'ਚ ਵਰਤੀ ਜਾ ਰਹੇ ਹੈ ਤੇ ਕੇਂਦਰ ਨੇ ਸਿਰਫ ਨੋ ਡਿਊ ਸਰਟੀਫਿਕੇਟ ਮੰਗਿਆ ਕਿ ਤੁਸੀਂ ਲਿਖ ਕੇ ਦੇ ਦਿਓ। ਪੰਜਾਬ ਦੀ ਸਰਕਾਰ ਅਜਿਹੀਆਂ ਗੱਲਾਂ ਕਰਨ ਦੀ ਬਜਾਏ ਕਿ ਕੇਂਦਰ ਸਾਨੂੰ ਹੱਥ ਘੁੱਟ ਰਹੀ ਹੈ, ਕੇਂਦਰ ਆਹ ਕਰ ਰਿਹਾ, ਤੁਸੀਂ ਉਹਨਾਂ ਨੂੰ ਸਰਟੀਫਿਕੇਟ ਕਿਉਂ ਨਹੀਂ ਭੇਜ ਰਹੇ? ਇੱਕ ਚਿੱਠੀ ਭੇਜਣੀ ਹੈ ਕਿ ਅਸੀਂ ਸਾਰਾ ਫੰਡ ਹੈ ਜਿਹੜਾ ਇੱਥੇ ਯੂਜ਼ ਕਰਤਾ ਤੇ RDF ਰਿਲੀਜ਼ ਹੋ ਜਾਣਾ। ਅਸੀਂ ਇਸ ਗੱਲ ਦੇ ਹੱਕ 'ਚ ਹਾਂ। ਪੰਜਾਬ ਦੀ ਜਿਹੜੀ ਆਈ ਐਮ ਸੌਰੀ ਵਿੱਚੋਂ ਟੋਕਣ ਲੱਗਾ, ਦੇਖੋ ਬਿਲਕੁਲ ਵਾਜਬ ਗੱਲ ਕਰ ਰਹੇ ਹੋ ਕਿ ਸਰਕਾਰ ਚਾਹੁੰਦੀ ਹੈ ਸਾਰਾ ਕੁਝ ਕੀਤਾ ਜਾਵੇ। ਪੰਜਾਬ ਸਰਕਾਰ ਦੀ ਨਲਾਇਕੀ ਹੋ ਸਕਦੀ ਹੈ ਕਿ ਕਿਉਂ ਨਹੀਂ ਹਿਸਾਬ ਕਿਤਾਬ ਦਿੱਤਾ, ਪਰ ਪੰਜਾਬ ਦੇ ਪਿੰਡਾਂ ਦੇ ਲੋਕਾਂ ਦਾ ਤਾਂ ਦੇਖੋ ਕੋਈ ਕਸੂਰ ਨਹੀਂ ਨਾ। ਇਹ ਬਹਿ ਕੇ ਚਾਹੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਚਾਹੇ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ। ਜਿਨ੍ਹਾਂ ਲੋਕਾਂ ਤੇ ਪੈਸਾ ਲੱਗਣਾ ਉਹ ਤਾਂ ਭੋਲੇ ਭਾਲੇ ਲੋਕ ਆ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ। ਸਿੱਧੂ ਸਾਹਿਬ ਸੜਕਾਂ ਨਹੀਂ ਬਣਨੀਆਂ, ਮੰਡੀਆਂ ਨਹੀਂ ਬਣਨੀਆਂ। ਸਿੱਧੂ ਸਾਹਿਬ ਕੇਂਦਰ RDF ਭੇਜ ਰਿਹਾ, ਪਹਿਲਾਂ ਇੰਨੇ ਸਾਲਾਂ ਤੋਂ ਆ ਹੀ ਰਿਹਾ, ਪਰ ਉਸ ਸਮੇਂ ਵੀ ਜਿਹੜੀਆਂ ਜਿੱਥੇ ਮੈਂ ਪਹਿਲਾਂ ਗੱਲ ਕੀਤੀ ਹੈ ਜਿੱਥੇ ਪੈਸਾ ਲੱਗਣਾ ਚਾਹੀਦਾ ਹੈ, ਲਿੰਕ ਸੜਕਾਂ ਜਿਹੜੀਆਂ ਮੰਡੀਕਰਨ ਦੇ ਅੰਡਰ ਆਉਂਦੀਆਂ ਉਹ ਬਣਨੀਆਂ ਚਾਹੀਦੀਆਂ, ਨਹੀਂ ਬਣ ਰਹੀਆਂ। ਮੰਡੀਆਂ ਦਾ ਢਾਂਚਾ ਡਿਵੈਲਪ ਹੋਣਾ ਚਾਹੀਦਾ, ਮੰਡੀਆਂ 'ਚ ਸ਼ੈੱਡ ਪੈਣੇ ਚਾਹੀਦੇ ਆ, ਸਾਡੇ ਫਸਲਾਂ ਦੇ ਲਈ ਸ਼ੈੱਡ ਪੈਣੇ ਚਾਹੀਦੇ ਆ। ਦੱਸੋ ਮੈਨੂੰ ਕਿੰਨੇ ਡਾਟੇ ਕਢਾਓ, ਨਹੀਂ ਮੈਂ ਦੇ ਦੂੰਗਾ ਕਿ ਕਿੰਨੀਆਂ ਮੰਡੀਆਂ 'ਚ ਅੱਜ ਤੱਕ ਇਹਨਾਂ ਨੇ ਸ਼ੈੱਡ ਪਵਾਏ ਆ। ਪੈਸਾ ਜਿੱਥਾ RDF ਦਾ ਲੱਗਣਾ ਚਾਹੀਦਾ ਹੈ ਉੱਥੇ ਨਹੀਂ ਲੱਗ ਰਿਹਾ। ਅਸੀਂ ਵੀ ਇਹੀ ਗੱਲ ਕਰ ਰਹੇ ਹਾਂ। ਪਰ ਕੇਂਦਰ ਵੱਲੋਂ ਪੈਸਾ ਆਉਣਾ ਚਾਹੀਦਾ ਹੈ ਕਿ ਨਹੀਂ ਆਉਣਾ ਚਾਹੀਦਾ? ਪੈਸਾ ਬਿਲਕੁਲ ਆਉਣਾ ਚਾਹੀਦਾ। ਕੇਂਦਰ ਪੈਸਾ ਇੱਕ ਵੀ ਪੈਸਾ ਕਦੇ ਕਿਸੇ ਵੀ ਸਟੇਟ ਦਾ ਨਹੀਂ ਰੋਕ ਰਿਹਾ, ਪਰ ਜੋ ਮੰਗ ਰਹੇ ਆ ਉਹ ਜ਼ਰੂਰ ਦੇਣਾ ਚਾਹੀਦਾ। ਥੈਂਕ ਯੂ ਵੈਰੀ ਮਚ। ਪ੍ਰੋਫੈਸਰ ਮਨਜੀਤ ਸਿੰਘ, ਇਸ ਮਾਮਲੇ ਤੇ ਦੇਖੋ ਚੀਮਾ ਜੀ ਨੇ ਬੜੀ ਸਪਸ਼ਟ ਗੱਲ ਕੀਤੀ ਹੈ ਕਿ ਕੇਂਦਰ ਦਾ ਪੈਸਾ ਦੇਣ ਨੂੰ ਵੀ ਤਿਆਰ ਹੈ, ਪਰ ਉਹ ਹਿਸਾਬ ਕਿਤਾਬ ਮੰਗ ਰਿਹਾ। ਨਲਾਇਕੀ ਪੰਜਾਬ ਦੀ ਹੈ ਤੇ ਕੋਸਿਆ ਜਾ ਰਿਹਾ ਕੇਂਦਰ ਨੂੰ। ਇਹ ਵੀ ਕਿਸਾਨੀ ਦੇ ਮੁੱਦਿਆਂ ਨਾਲ ਜੁੜੀ ਵੀ ਗੱਲ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸ਼ਾਇਦ RDF ਵਿੱਚੋਂ ਕੁਝ ਪੈਸਾ ਉਦੋਂ ਕਰਜ਼ਾ ਮਾਫੀ ਲਈ ਵਰਤ ਲਿਆ ਸੀ। ਇਸ ਗੱਲ ਤੇ ਜਿਹੜੀਆਂ ਇੰਟਰਨੈਸ਼ਨਲ ਫੰਡਿੰਗ ਏਜੰਸੀਜ਼ ਆ ਕੇਂਦਰ ਦੀ ਸਰਕਾਰ ਨੂੰ ਉਹ ਆਬਜੈਕਸ਼ਨ ਕਰਦੀਆਂ, ਉਹ ਕਿੰਤੂ ਪਰੰਤੂ ਕਰਦੀਆਂ। ਉਹ ਕਹਿੰਦੇ ਹਾਈ ਕੰਮ ਕਰਦੇ ਆ ਤੁਸੀਂ ਆਪਣੇ ਕਿਸਾਨਾਂ ਨੂੰ, ਆਪਣੇ ਮਜ਼ਦੂਰਾਂ ਨੂੰ, ਆਪਣੇ ਦਲਿਤਾਂ ਨੂੰ, ਬੀਬੀਆਂ ਨੂੰ ਰਾਹਤ ਦਿੰਦੇ ਆ। ਇਹ ਨਹੀਂ ਸਾਨੂੰ ਚਾਹੀਦਾ। ਤੁਸੀਂ ਉਹਨਾਂ ਨੂੰ ਜਿੰਨਾ ਵੀ ਮਾਰਕੀਟ ਰੇਟ ਤੇ ਜੋ ਕੁਝ ਮਾਰਕੀਟ 'ਚ ਉਹਨਾਂ ਕੋਲੋਂ ਆਪਣੇ ਆਪ ਖੜੇ ਹੋਣ, ਤੁਸੀਂ ਉਹਨਾਂ ਨੂੰ ਕਿਸੇ ਕਿਸਮ ਦੀ ਪ੍ਰੋਟੈਕਸ਼ਨ ਨਾ ਦਿਓ। ਇਹ ਉਹਨਾਂ ਤੇ ਦਬਾਅ IMF ਵੱਲੋਂ, ਵਰਲਡ ਬੈਂਕ ਵੱਲੋਂ ਪੈਂਦਾ। ਉਸ ਦਬਾਅ ਦੇ ਥੱਲੇ ਇਹ ਥੱਲੇ ਸਟੇਟਾਂ ਨੂੰ ਲਿਖ ਦਿੰਦੇ ਆ ਭਾਈ ਆ ਸਾਡਾ ਤੁਸੀਂ ਫੰਡ ਇੰਜ ਨਹੀਂ ਇੰਜ ਵਰਤੋ, ਇੰਜ ਨਹੀਂ ਇੰਜ ਵਰਤੋ। ਦੇਖੋ ਖੇਤੀ ਹੈ, ਇਹ ਸੂਬੇ ਦਾ ਸਬਜੈਕਟ ਹੈਗਾ
ਔਰ ਸੂਬੇ ਨੂੰ ਹੀ ਸਟੇਟ ਗਵਰਨਮੈਂਟ ਨੂੰ ਹੀ ਉਹਦੇ ਵਿੱਚ ਫੈਸਲਾ ਕਰਨ ਦੇਣਾ ਚਾਹੀਦਾ। ਹਾਂ, ਜੇ ਤੁਹਾਨੂੰ ਕੋਈ ਗਲਤੀ ਲੱਗਦੀ ਹੈ ਉਸ ਦੀ ਕਲੈਰੀਫਿਕੇਸ਼ਨ ਲੈ ਲਓ। ਸਰਕਾਰਾਂ ਦੀ ਆਪਸ ਵਿੱਚ ਖਤੋ ਫਰੋਖਤ ਹੁੰਦੀ ਰਹਿੰਦੀ ਹੈ, ਇਹਦੇ 'ਚ ਕਿਹੜੀ ਵੱਡੀ ਗੱਲ ਆ। ਪਰ ਇਹ ਗੱਲ ਠੀਕ ਨਹੀਂ ਹੈ ਕਿ 3 ਸਾਲਾਂ ਦਾ ਪੈਸਾ ਜਮ੍ਹਾਂ ਹੋ ਕੇ ਹੁਣ ਉਹ ਘੱਟੋ ਘੱਟ ਮੇਰਾ ਖਿਆਲ ਹੈ ਕਿ 35,000 ਕਰੋੜ 3,500 ਕਰੋੜ ਤੱਕ ਬਣ ਚੁੱਕਾ ਆ, ਅਤੇ ਉਹ ਪੈਸਾ ਕਾਫੀ ਹੁੰਦਾ ਆ ਸਾਡੇ ਛੋਟੇ ਸੂਬੇ ਲਈ, ਉਸ ਨੂੰ ਰਿਲੀਜ਼ ਕਰਨਾ ਚਾਹੀਦਾ ਆ। ਰਹੀ ਗੱਲ ਜਿਹੜੀ ਤੁਸੀਂ ਜੀਰੇ ਵਾਲੀ ਗੱਲ ਸ਼ੁਰੂ ਕਰਦੇ, ਤੁਹਾਨੂੰ ਸ਼ਾਇਦ ਯਾਦ ਹੋਣਾ ਸਿੱਧੂ ਸਾਹਿਬ ਜਿੱਦਣ ਇਸ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ, ਤੇ ਭਗਵੰਤ ਮਾਨ ਹੁਣਾਂ ਨੇ ਕੀ ਕਿਹਾ ਸੀ? ਉਹਨਾਂ ਨੇ ਇਹ ਗੱਲ ਕਹੀ ਸੀ ਕਿ ਦੇਖੋ ਮੈਂ ਕਾਲੀ ਐਕਸ਼ਨ ਨਹੀਂ ਸੀ ਲੈਣਾ ਚਾਹੁੰਦਾ, ਉਦੋਂ ਜਲੰਧਰ ਦੀ ਚੋਣ ਹੋਣੀ ਸੀ ਨਾ, ਮਾਹੌਲ ਪੈਦਾ ਕਰ ਰਹੇ ਸੀਗੇ, ਮੈਂ ਤਾਂ ਐਕਸ਼ਨ ਲੈਣਾ ਸੀ, ਮੈਂ ਪਹਿਲਾਂ ਸਾਰੀ ਤਹਿਕੀਕਾਤ ਕੀਤੀ ਆ, ਕਾਨੂੰਨੀ ਸਲਾਹ ਲੈ ਲਈ ਆ, ਜਿਹੜੀ ਰਿਪੋਰਟਾਂ ਆ ਇੱਥੇ ਦੀਆਂ ਪੋਲੂਸ਼ਨ ਵਾਲੀਆਂ ਉਹ ਸਾਰੀਆਂ ਇਕੱਠੀਆਂ ਕਰਕੇ ਐਨ ਸਿੱਕੇਬੰਦ ਕੰਮ ਕੀਤਾ। ਹੁਣ ਮੇਰੇ ਕੋਲ ਸਾਰਾ ਕੁਝ ਪੱਕੇ ਰਿਕਾਰਡ ਆ ਗਿਆ, ਫੈਕਟਰੀ ਬੰਦ। ਜਿਉਂ ਹੀ ਕੋਰਟ ਨੇ ਦਬਕਾ ਮਾਰਿਆ, ਕਿਉਂਕਿ ਮੈਲਬਰੋਜ਼ ਵਾਲੇ ਕੋਰਟ ਵਿੱਚ ਚਲੇ ਗਏ, ਉਹ ਕਹਿੰਦੇ ਆ ਜੀ ਉਹ ਸਾਰਾ ਕੰਮ ਤੇ ਕੱਚਾ ਹੀ ਸੀਗਾ, ਅਸੀਂ ਇਹਨਾਂ ਨੂੰ ਵੀ ਸੁਣਾਂਗੇ, ਅਸੀਂ ਉਹਨਾਂ ਨੂੰ ਮਲਹੋਤਰਾ ਬ੍ਰਦਰਜ਼ ਨੂੰ ਵੀ ਸੁਣਦੇ ਹਾਂ ਜੀ। ਮੈਨੂੰ ਤਾਂ ਇਹ ਡਰ ਲੱਗਦਾ ਕਿ ਪਹਿਲਾਂ ਇਹਨਾਂ ਨੇ ਕਿੰਨਾ ਪੈਸਾ ਦੇ ਦਿੱਤਾ ਆ, 20,000 ਕਰੋੜ ਰੁਪਈਆ, ਕਿੰਨਾ 2000 ਕਿੰਨਾ ਕਰੋੜ ਰੁਪਈਆ ਦਿੱਤਾ ਇਹਨਾਂ ਨੂੰ, 20,000 ਕਰੋੜ ਰੁਪਏ ਦਿੱਤਾ, ਜਿਹੜਾ ਪੈਸਾ 20 ਕਰੋੜ ਹਾਂ 20 ਕਰੋੜ ਰੁਪਈਆ ਦਿੱਤਾ। ਹੁਣ ਉਹ ਪੈਸਾ ਜਿਹੜਾ ਹੋਰ ਇਸੇ ਇਵਜ਼ ਦੇ ਵਿੱਚ, ਕਿਉਂਕਿ ਤੁਸੀਂ ਮੇਰੀ ਫੈਕਟਰੀ ਬੰਦ ਰੱਖੀ ਆ, ਕਿਤੇ 20 ਕਰੋੜ ਰੁਪਈਆ ਹੋਰ ਨਾ ਇਹਨਾਂ ਨੂੰ ਇਹਨਾਂ ਦੇ ਸਟੇਟ ਦੇ ਇਹਦੇ ਕੋਰਟ ਦੇ ਰਾਹੀਂ ਨਾ ਮੰਗ ਕਰ ਦੇਣ ਜੁਰਮਾਨਾ। ਇਹ ਪਹਿਲਾ ਪੈਸਾ ਇੰਨਾ ਸਾਡੇ ਖਜ਼ਾਨੇ 'ਚੋਂ ਦੇ ਚੁੱਕੇ ਆ, ਹੋਰ ਜੁਰਮਾਨਾ ਕਿਤੇ ਨਾ ਤੈਅ ਕਰਕੇ ਦੇ ਦੇਣ। ਚਾਹੀਦਾ ਇਹ ਹੈ ਕਿ ਇਹਨਾਂ ਨੂੰ ਆਪਣਾ ਸਟੈਂਡ ਰੱਖਣਾ ਚਾਹੀਦਾ ਸੀ ਕਿ ਜਦੋਂ ਅਸੀਂ ਸਾਰਾ ਕੁਝ ਕਾਨੂੰਨੀ ਕਾਰਵਾਈ, ਕਮੇਟੀਆਂ ਦੀਆਂ ਰਿਪੋਰਟਾਂ, ਧਰਾਤਲ ਦੀਆਂ ਰਿਪੋਰਟਾਂ ਉਹ ਤੋਂ ਬਾਅਦ ਕੀਤਾ, ਤੇ ਜਾ ਕੇ ਇਹ ਜਵਾਬ ਦੇਣਾ ਚਾਹੀਦਾ ਸੀ ਕੋਰਟ ਵਿੱਚ। ਉਹ ਜਿਹਾ ਜਵਾਬ ਦੇਣ ਦੀ ਜਗ੍ਹਾ ਥਿੜਕਣਬਾਜ਼ੀ ਦਿਖਾ ਰਹੇ। ਇਹਦਾ ਮਤਲਬ ਆ ਨਿੱਕੀ ਗੱਲ ਮੇਰੇ ਵੀਰ ਕਿਸਾਨ ਵੀਰ ਸਾਰੇ ਆ ਭਾਈ, ਇਕੱਠੇ ਹੋ ਜੋ ਪਹਿਲਾਂ ਵਾਂਗੂ, ਉੱਪਰੋਂ ਇਕੱਠੇ ਨਾ ਹੋ, ਮਜਬੂਰੀ ਬਸ ਨਾ ਹੋ। ਜੇ ਬਿਲਕੁਲ ਜੇ ਤੁਸੀਂ ਇਕੱਠੇ ਨਹੀਂ ਹੋਗੇ ਤਾਂ ਫਿਰ ਇਹ ਭਾਰੂ ਤੁਸੀਂ ਪਹਿਲਾਂ ਦੇ ਕੇਂਦਰ ਦੀ ਸਰਕਾਰ ਤੱਕ ਚਲੇ ਗਏ, ਇੱਥੇ ਪੰਜਾਬ ਦੀ ਸਰਕਾਰ ਹੀ ਨਹੀਂ ਸੁਤਰਾਉਂਦੀ। ਬਟੂਆ ਜੀ, ਲਾਸਟ ਕਮੈਂਟ ਇਸ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਤੁਹਾਡੇ ਵੱਲੋਂ ਵੀ ਇਸ ਮੁੱਦੇ ਤੇ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ, ਕਿਧਰੇ ਇਹ ਵੀ ਲੱਗਦਾ ਕਿ ਜਲੰਧਰ ਦੀ ਚੋਣ ਕਰਕੇ ਸਾਰਾ ਕੁਝ ਵਾਪਰਿਆ, ਜਲੰਧਰ ਦੀ ਚੋਣ ਦੇ ਲਈ ਜ਼ਿੰਮੇਵਾਰ। ਦੇਖੋ ਮੈਂ ਬੇਨਤੀ ਕਰਾਂ ਜੀ, ਚੋਣਾਂ ਆਉਂਦੀਆਂ ਜਾਂਦੀਆਂ ਰਹੀ ਹੁੰਦੀਆਂ ਨੇ, ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਪਰ ਤੁਹਾਨੂੰ ਲੋਕਾਂ ਦੇ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਆ, ਉਹਨਾਂ ਦੇ ਵਾਸਤੇ ਜੋ ਤੁਹਾਡਾ ਫਰਜ਼ ਬਣਦਾ ਆ, ਤੁਹਾਡੀ ਡਿਊਟੀ ਬਣਦੀ, ਉਹਦੀ ਅਦਾਇਗੀ ਸਿੰਸੈਰਿਟੀ ਦੇ ਨਾਲ ਕਰਨੀ ਚਾਹੀਦੀ ਹੈ, ਜਿਹਦੇ ਵਿੱਚ ਕਿ ਕੇਵਲ ਤੇ ਕੇਵਲ ਸਾਨੂੰ ਜਿਹੜੀ ਆ ਮੌਜੂਦਾ ਸਰਕਾਰ ਵੱਲੋਂ ਜਿਹੜੀ ਸਿਆਸਤ ਹੀ ਨਜ਼ਰ ਆਉਂਦੀ ਹੈ, ਔਰ ਇੱਥੋਂ ਤੱਕ ਕਿ ਗੱਲ ਛੋਟੀ ਹੁੰਦੀ ਹੈ ਤੇ ਬੜੀ ਵਡਿਆ ਕੇ ਪੇਸ਼ ਕੀਤੀ ਜਾਂਦੀ ਹੈ ਜੀ, ਔਰ ਵੱਡੀ ਗੱਲ ਨੂੰ ਜਿਹੜਾ ਬੜਾ ਛੁਟਿਆ ਕੇ ਪੇਸ਼ ਕੀਤਾ ਜਾਂਦਾ ਹੈ ਕਿ ਜੋ ਉਹਨਾਂ ਨੂੰ ਸੂਤ ਬੈਠਦੀ ਉਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਹੈ। ਹੁਣ ਦੇਖੋ, ਜ਼ਮੀਨ ਕੋਈ ਪਹਿਲੀ ਵਾਰ ਤੇ ਐਕਵਾਇਰ ਹੋਈ ਨਹੀਂ, ਜ਼ਮੀਨਾਂ ਬੜੇ ਲੰਬੇ ਸਮੇਂ ਤੋਂ ਐਕਵਾਇਰ ਹੁੰਦੀਆਂ ਆ ਰਹੀਆਂ ਨੇ। ਤੇ ਦੇਖੋ, ਸਭ ਤੋਂ ਪਹਿਲੀ ਗੱਲ ਹੈ ਕਿ ਜ਼ਮੀਨ ਜਿਹੜੀ ਹੈ ਇਹ ਕਿਸਾਨ ਦੀ ਮਾਂ ਆ, ਇਹਨੂੰ ਅਸੀਂ ਮਾਵਾਂ ਵਾਂਗ ਦੇਖਦੇ ਹਾਂ, ਸਾਡੀਆਂ ਇਹਦੇ ਨਾਲ ਬੜੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ, ਜਿਹੜਾ ਵੀ ਕਿਸਾਨੀ ਨਾਲ ਜੁੜਿਆ ਹੋਇਆ ਹੈ। ਤੇ ਹਾਂ ਠੀਕ ਹੈ, ਸਰਕਾਰਾਂ ਨੂੰ ਵੀ ਜ਼ਮੀਨ ਐਕਵਾਇਰ ਜ਼ਰੂਰਤ ਹੁੰਦੀ ਹੈ, ਤੇ ਸਰਕਾਰਾਂ ਨੂੰ ਵੀ ਉਹਦਾ ਰੇਟ ਜਿਹੜਾ ਆ ਉਹ ਸਹੀ ਦੇਣਾ ਚਾਹੀਦਾ। ਸਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਜਦੋਂ 2007 ਤੋਂ ਲੈ ਕੇ 17 ਵਾਲੀ ਸਰਕਾਰ ਦੇ ਦਰਮਿਆਨ ਜਿੰਨੀ ਡਿਵੈਲਪਮੈਂਟ ਹੋਈ, ਜਿੰਨਾ 4 ਲੇਨਿੰਗ 6 ਲੇਨਿੰਗ ਜਿਹੜੀਆਂ ਸੜਕਾਂ ਬਣੀਆਂ, ਔਰ ਮੇਰਾ ਖਿਆਲ ਹੈ ਕਿ ਕਿਸਾਨ ਜਿਹੜੇ ਹੱਸ ਕੇ ਕਿਸੇ ਵੀ ਥਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਐਜੀਟੇਸ਼ਨ ਨਹੀਂ ਸੀ ਹੋਈ ਕਿ ਜਿਹੜਾ ਮਾਰਕੀਟ ਰੇਟ ਹੈ, ਇੱਕ ਰੈਵਨਿਊ ਰੇਟ ਹੈ, ਇੱਕ ਮਾਰਕੀਟ ਰੇਟ ਹੈ, ਮਾਰਕੀਟ ਰੇਟ ਤੋਂ ਵੀ 4-4, 5-5 ਗੁਣਾ ਜਿਹੜਾ ਆ ਆਮ ਕਰਕੇ 80 ਲੱਖ 90 ਲੱਖ ਕਰੋੜ ਰੁਪਇਆ ਉਸ ਜ਼ਮਾਨੇ 'ਚ ਕਿਸਾਨਾਂ ਨੂੰ ਜਿਹੜਾ ਮੇਰਾ ਖਿਆਲ ਇਸ ਤੋਂ ਵੱਧ ਜਿਹੜੇ ਰੇਟ ਦਿੱਤੇ ਸੀਗੇ। ਔਰ ਜਿਸ ਤਰ੍ਹਾਂ ਦੀ ਕਹਾਣੀ ਕੱਲ ਬਟਾਲੇ 'ਚ ਸਾਹਮਣੇ ਆਈ ਹੈ, ਔਰ ਜਿਸ ਤਰ੍ਹਾਂ ਉੱਥੇ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਨੇ, ਜਿਸ ਤਰ੍ਹਾਂ ਕੁੱਟਮਾਰ ਹੋਈ ਹੈ, ਜਿਸ ਤਰ੍ਹਾਂ ਬੀਬੀਆਂ ਨੂੰ ਧੱਕੇ ਮਾਰੇ ਗਏ, ਜਿਸ ਤਰ੍ਹਾਂ ਬੀਬੀਆਂ ਵਾਹਣਾਂ ਦੇ ਵਿੱਚ ਲੇਟਦੀਆਂ ਫਿਰਦੀਆਂ ਨੇ ਤੇ ਬੀਬੀਆਂ ਦੇ ਥੱਪੜ ਮਾਰੇ ਜਾ ਰਹੇ ਆ, ਤੇ ਇਹ ਕਿੱਥੋਂ ਦੀ ਗੱਲ ਹੈ? ਬਿਲਕੁਲ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਬਲਟੋਆ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਡੇ ਨਾਲ ਇਹਨਾਂ ਮੁੱਦਿਆਂ ਤੇ ਜੁੜੇ ਹੋ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਕਿਸਾਨੀ ਦਾ ਵੱਡਾ ਮੁੱਦਾ, ਕਿਸਾਨ ਆਪਣੇ ਮੁੱਦਿਆਂ ਨੂੰ ਲੈ ਕੇ ਲੜਾਈ ਜ਼ਰੂਰ ਲੜ ਰਹੀ ਹੈ, ਪਰ ਇੱਕ ਸੁਨੇਹਾ ਇਹ ਵੀ ਹੈ ਕਿ ਕਿਸਾਨਾਂ ਨੂੰ ਆਪਣੇ ਮੁੱਦਿਆਂ ਤੇ ਇਕੱਠੇ ਹੋਣ ਦੀ ਜ਼ਰੂਰਤ ਹੈ, ਨਹੀਂ ਤਾਂ ਸਮੇਂ ਦੀਆਂ ਸਰਕਾਰਾਂ
ਬਾਣਾ ਦੇ ਵਿੱਚ ਇਦਾਂ ਹੀ ਜਿਹੜੀਆਂ ਪੱਗਾਂ ਰੋਲਦੀਆਂ ਰਹਿਣੀਆਂ। ਵੱਡਾ ਸਵਾਲ ਇਹ ਬਹਿਸ ਛੱਡ ਕੇ ਜਾ ਰਹੀ ਹੈ ਕਿਸਾਨੀ ਦੇ ਲਈ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮਹਿਮਾਨਾਂ ਦਾ ਧੰਨਵਾਦ, ਅਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।